नमस्कार, सत श्री अकाल। तुसीं वेख रहे हो पंजाब दा सब तो भरोसेमंद ਅਤੇ ਇੱਕੋ ਇੱਕ ਪੰਜਾਬੀ ਨਿਊਜ਼ ਚੈਨਲ ਇੰਡੀਆ ਨਿਊਜ਼ ਪੰਜਾਬ ਤੇ ਪੰਜਾਬ ਪੁਆਇੰਟ 'ਚ ਤੁਹਾਡਾ ਸਵਾਗਤ ਹੈ। ਪੰਜਾਬ ਪੁਆਇੰਟ ਦੇ ਵਿੱਚ ਅੱਜ ਗੱਲ ਕਰਾਂਗੇ ਕੋਰੋਨਾ ਦੀ। ਉਹ ਕੋਰੋਨਾ ਵਾਇਰਸ ਜਿਸ ਨੂੰ ਕਿ ਨੋਵਲ ਕੋਵਿਡ-19 ਕਿਹਾ ਗਿਆ, ਪਰ ਇਸ ਦਾ ਅਸਰ ਪੂਰੀ ਦੁਨੀਆ ਦੇ ਵਿੱਚ ਜਿੱਥੇ 100 ਮੁਲਕਾਂ 'ਚ ਹੈ, ਸਾਡੇ ਪੰਜਾਬ ਤੇ ਵੀ ਹੁਣ ਪੈਂਦਾ ਦਿਖਾਈ ਦੇ ਰਿਹਾ। ਪੰਜਾਬ ਦੇ ਵਿੱਚ ਵੀ ਸਸਪੈਕਟਡ ਜਿਹੜੇ ਕੇਸਿਸ ਨੇ ਉਹਨਾਂ ਦੇ ਵਿੱਚ ਵਾਧਾ ਹੋਇਆ ਅਤੇ ਜਿਹੜੇ ਕਨਫਰਮਡ ਕੇਸਿਸ ਹੈ ਉਹ ਵੀ ਸਾਹਮਣੇ ਆਏ ਨੇ। ਇਸ ਨੂੰ ਲੈ ਕੇ ਸਰਕਾਰ ਸਚੇਤ ਹੈ। ਸਰਕਾਰ ਦੇ ਵੱਲੋਂ ਮੀਟਿੰਗਾਂ ਹੋ ਰਹੀਆਂ ਨੇ, ਬੈਠਕਾਂ ਦਾ ਦੌਰ ਜਾਰੀ ਹੈ ਤੇ ਪੰਜਾਬ ਸਰਕਾਰ ਦੀ ਜਿਹੜੀ ਸਬ ਕਮੇਟੀ ਜਿਹੜੀ ਕਿ ਬਣਾਈ ਗਈ ਸੀ ਮੰਤਰੀਆਂ ਦੀ, ਕੈਬਨਿਟ ਮੰਤਰੀਆਂ ਦੀ, ਉਸ ਦੀ ਬੈਠਕ ਵੀ ਹੋਈ ਜਿਸ ਦੇ ਵਿੱਚ ਕਈ ਜਿਹੜੇ ਹੈ ਪੁਆਇੰਟਸ, ਜਿਹੜੇ ਨੁਕਤੇ ਜਿਹੜੇ ਹੈ ਉਹ ਸਾਹਮਣੇ ਰੱਖੇ ਗਏ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਉੱਪਰ ਉਹ ਵਿਚਾਰ ਕਰਨ। ਸਵਾਲ ਇਹ ਖੜਾ ਹੋ ਗਿਆ ਕਿ ਅੱਜ ਭਾਰਤ ਦੇ ਵਿੱਚ ਇੱਕ ਮੌਤ ਜਿਹੜੀ ਹੈਗੀ ਹੈ ਕਰੋਨਾ ਵਾਇਰਸ ਦੇ ਨਾਲ ਹੋ ਗਈ ਹੈ। ਪਹਿਲੀ ਮੌਤ ਜਿਹੜੀ ਹੈ ਦੱਖਣ ਭਾਰਤ ਤੋਂ ਉਹ ਰਿਪੋਰਟ ਹੋਈ ਹੈ। ਪਹਿਲੀ ਜਿਹੜੀ ਹੈ ਕਰਨਾਟਕਾ ਤੋਂ ਇਹ ਡੈਥ ਜਿਹੜੀ ਹੈ ਸਾਹਮਣੇ ਆਈ ਹੈ। 75 ਸਾਲਾ ਉਹ ਸ਼ਖਸ ਸੀਗਾ ਜਿਹਨੇ ਜਾਨ ਖੋਈ ਹੈ ਕਰੋਨਾ ਵਾਇਰਸ ਦੇ ਕਾਰਨ। ਪਹਿਲੀ ਮੌਤ ਜਿੱਥੇ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚਿਆ ਹੋਇਆ ਹੈ, ਪਹਿਲੀ ਮੌਤ ਭਾਰਤ ਤੋਂ ਰਿਪੋਰਟ ਹੋ ਚੁੱਕੀ ਹੈ। ਭਾਰਤ ਦੇ ਵਿੱਚ ਜਿਹੜੇ ਪੋਜ਼ਿਟਿਵ ਕੇਸਿਸ ਹੈ ਉਹ ਵੀ 80 ਤੋਂ ਪਾਰ ਜਾ ਚੁੱਕੇ ਨੇ। ਅਜਿਹੇ ਵਿੱਚ ਹੁਣ ਪੰਜਾਬ ਸਰਕਾਰ ਨੇ ਵੀ ਫੈਸਲਾ ਲਿਆ, ਖਾਸ ਤੌਰ ਤੇ ਸਿੱਖਿਆ ਵਿਭਾਗ ਨੇ, ਕਿ ਪੰਜਾਬ ਦੇ ਵਿੱਚ ਸਕੂਲ ਜਿਹੜੇ ਨੇ ਖਾਸ ਤੌਰ ਤੇ ਉਹਨਾਂ ਨੂੰ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ। ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ, ਪਰ ਜੋ ਪ੍ਰੀਖਿਆਵਾਂ ਚੱਲ ਰਹੀਆਂ ਨੇ, ਐਗਜ਼ਾਮਸ ਚੱਲ ਰਹੇ ਨੇ, ਉਹ ਹੁੰਦੇ ਰਹਿਣਗੇ। ਪਰ ਕੀ ਇਹ ਪ੍ਰੀਕਾਸ਼ਨਸ ਕਾਫੀ ਨੇ? ਇਸੇ ਦੇ ਨਾਲ ਜਿਹੜੀ NGOs ਨੇ, ਸਮਾਜ ਸੇਵੀ ਸੰਸਥਾਵਾਂ ਨੇ, ਧਾਰਮਿਕ ਸੰਸਥਾਵਾਂ ਨੇ, ਇਹਨਾਂ ਸੰਸਥਾਵਾਂ ਨੂੰ ਵੀ ਸਰਕਾਰ ਅਪੀਲ ਕਰ ਰਹੀ ਹੈ ਤੇ ਖੁਦ ਵੀ ਇਹ ਕੋਸ਼ਿਸ਼ ਕਰ ਰਹੀਆਂ ਨੇ ਕਿ ਸਮਾਗਮ ਜਿਹੜੇ ਆ ਘੱਟ ਹੋਣ, ਭੀੜ ਭਾੜ ਵਾਲੀ ਥਾਵਾਂ ਦੇ ਉੱਪਰ ਲੋਕ ਜਿਹੜੇ ਆ ਘੱਟ ਜਾਣ। ਇਹ ਅਪੀਲਾਂ ਹੁਣ ਕੀਤੀਆਂ ਜਾ ਰਹੀਆਂ। ਲੋਕ ਇਹਤਿਆਤ ਵਰਤ ਸਕਦੇ ਆ ਕਿਉਂਕਿ ਇਸ ਦੀ ਕੋਈ ਦਵਾਈ ਤਾਂ ਬਣੀ ਨਹੀਂ, ਵੈਕਸੀਨ ਇਸ ਦੀ ਕੋਈ ਹੈ ਨਹੀਂ, ਇਜਾਦ ਹਾਲੇ ਹੋਣ ਦੇ ਵਿੱਚ ਵੀ ਸਮਾਂ ਲੱਗੇਗਾ। ਪਰ ਅਸੀਂ ਕੀ ਕਰ ਸਕਦੇ ਹਾਂ ਕਰੋਨਾ ਵਾਇਰਸ ਤੋਂ ਬਚਣ ਦੇ ਲਈ, ਕਿਉਂਕਿ ਇਹ ਉਹ ਬਿਮਾਰੀ ਹੈਗੀ ਹੈ ਜੇ ਹੋ ਜਾਏ, ਹਾਲਾਂਕਿ ਮੋਰਟੈਲਿਟੀ ਰੇਟ ਜਿਹੜੀ ਆ ਘੱਟ ਹੈ, ਪਰ ਇਸ ਦੀ ਦਵਾਈ ਕੋਈ ਨਹੀਂ ਹੈ, ਇਲਾਜ ਕੋਈ ਨਹੀਂ ਹੈ। ਇਲਾਜ ਇਹ ਹੈ ਕਿ ਇਹਤਿਆਤ ਵਰਤ ਲਈਏ, ਪਹਿਲੇ ਹੀ ਬਚ ਲਈਏ, ਸਾਫ਼ ਸਫਾਈ ਰੱਖੀਏ। ਪਰ ਇਸ ਦੇ ਨਾਲ ਨਾਲ ਅਸੀਂ ਹੋਰ ਕੀ ਕਰ ਸਕਦੇ ਹਾਂ? ਅੱਜ ਕਰੋਨਾ ਵਾਇਰਸ ਦੇ ਉੱਪਰ ਹੀ ਗੱਲ ਕਰਾਂਗੇ ਕਿਉਂਕਿ ਤੁਹਾਡੇ ਸਾਡੇ ਸਾਰਿਆਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਤੇ ਇਸ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਹਰ ਹਾਲਤ ਦੇ ਵਿੱਚ ਸਾਨੂੰ ਇਸ ਦੇ ਬਾਰੇ ਜਾਣਨ ਦੀ ਲੋੜ ਹੈਗੀ ਹੈ ਕਿਉਂਕਿ ਸਾਡੀਆਂ ਜਾਨਾਂ ਜਿਹੜੀਆਂ ਨੇ ਕੀਮਤੀਆਂ ਨੇ। ਤੁਹਾਡੇ ਪਰਿਵਾਰ ਤੁਹਾਡੇ ਲਈ ਕੀਮਤੀ ਨੇ ਤੇ ਕਿਵੇਂ ਬਚਾਵਾਂਗੇ ਉਹਨਾਂ ਨੂੰ? ਕਿਉਂਕਿ ਭਾਰਤ ਦੇ ਵਿੱਚ ਕਰੋੜਾਂ ਲੋਕ ਰਹਿੰਦੇ ਨੇ ਤੇ ਜੇ ਇੱਥੇ ਆਊਟ ਆਫ ਕੰਟਰੋਲ ਹੋ ਗਿਆ, ਕਿਉਂਕਿ ਮਹਾਮਾਰੀ ਘੋਸ਼ਿਤ ਕਰ ਦਿੱਤੀ ਗਈ WHO ਵੱਲੋਂ, ਤੇ ਜੇ ਇਹ ਸਾਡੇ ਹੱਥੋਂ ਬਾਹਰ ਚਲਾ ਗਿਆ ਫਿਰ ਕੰਟਰੋਲ ਨਹੀਂ ਹੋਣਾ। ਚੀਨ ਨੇ ਕੰਟਰੋਲ ਕਰ ਰਿਹਾ, ਆਪਾਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਕਰ ਲਾਂਗੇ। ਅਸੀਂ ਹੁਣ ਤੱਕ ਬਚੇ ਹੋਏ ਹਾਂ, ਪਰਮਾਤਮਾ ਦੀ ਰਹਿਮਤ ਹੈ, ਪਰ ਇਹਤਿਆਤ ਸਾਨੂੰ ਵਰਤਣਾ ਪਏਗਾ। ਛੋਟੀ ਜਿਹੀ ਰਿਪੋਰਟ ਵੇਖ ਲੈਂਦੇ ਹਾਂ, ਉਸ ਤੋਂ ਬਾਅਦ ਚਰਚਾ ਸ਼ੁਰੂ ਕਰਦੇ ਹਾਂ। ਦੁਨੀਆ ਭਰ ਦੇ 100 ਤੋਂ ਵੱਧ ਮੁਲਕ ਇਹਨਾਂ ਦਿਨੀ ਨੋਵਲ ਕੋਵਿਡ-19 ਯਾਨੀ ਕੋਰੋਨਾ ਵਾਇਰਸ ਦੇ ਨਾਲ ਜੂਝ ਰਹੇ ਨੇ। ਇਹ ਵਾਇਰਸ ਇੰਨਾ ਖਤਰਨਾਕ ਰੂਪ ਇਖਤਿਆਰ ਕਰ ਚੁੱਕਿਆ ਹੈ ਕਿ 4900 ਦੇ ਕਰੀਬ ਲੋਕ ਇਸ ਬਿਮਾਰੀ ਤੋਂ ਪੀੜਤ ਹੋ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਭਾਰਤ ਦੀ ਗੱਲ ਕਰੀਏ ਤਾਂ ਹਰ ਦਿਨ ਕੋਰੋਨਾ ਦੇ ਨਾਲ ਪੀੜਤਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ ਅਤੇ ਹੁਣ ਤੱਕ ਇਹ ਅੰਕੜਾ 80 ਤੋਂ ਪਾਰ ਹੋ ਗਿਆ ਤੇ ਇਸ ਦੇ ਨਾਲ ਹੀ ਇੱਕ ਸ਼ਖਸ ਨੇ ਵੀ ਆਪਣੀ ਜਾਨ ਗਵਾ ਦਿੱਤੀ ਹੈ। ਕੋਰੋਨਾ ਤੋਂ ਪੀੜਤ ਵਿਅਕਤੀ ਜਿਸ ਦੀ ਮੌਤ ਹੋਈ ਹੈ ਉਹ ਕਰਨਾਟਕਾ ਦਾ ਰਹਿਣ ਵਾਲਾ ਸੀ ਅਤੇ 75 ਵਰ੍ਹਿਆਂ ਦਾ ਸੀ। ਪੰਜਾਬ 'ਚ ਵੀ ਹੁਣ ਤੱਕ ਕਈ ਪੋਜ਼ਿਟਿਵ ਮਾਮਲੇ ਸਾਹਮਣੇ ਆਏ ਨੇ ਅਤੇ ਉਹਨਾਂ ਨੂੰ ਆਈਸੋਲੇਸ਼ਨ ਦੇ ਵਿੱਚ ਰੱਖਿਆ ਗਿਆ ਹੈ। ਪੰਜਾਬ 'ਚ ਹਰ ਦਿਨ ਸਰਕਾਰੀ ਪੱਧਰ ਤੇ ਇਸ ਵਾਇਰਸ ਦੇ ਪ੍ਰਕੋਪ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਾਲਾਤਾਂ ਦਾ ਜਾਇਜ਼ਾ ਖੁਦ ਸਿਹਤ ਮੰਤਰੀ ਦੇ ਨਾਲ 5 ਮੈਂਬਰੀ ਕੈਬਨਿਟ ਮੰਤਰੀਆਂ ਦੀ ਕਮੇਟੀ ਰੱਖ ਰਹੀ ਹੈ। ਇਹਤਿਆਤ ਦੇ ਵਜੋਂ ਵੱਡੇ ਇਕੱਠ ਤੇ ਸਮਾਗਮਾਂ ਤੇ ਵੀ ਬੈਨ ਲਾਇਆ ਗਿਆ ਹੈ। ਹਾਲਾਂਕਿ ਹਰਿਆਣਾ, ਯੂਪੀ ਵਾਂਗ ਪੰਜਾਬ 'ਚ ਸਕੂਲਾਂ ਨੂੰ ਹਜੇ ਬੰਦ ਨਹੀਂ ਕੀਤਾ ਗਿਆ ਹੈ। ਕੋਰੋਨਾ ਤੇ ਫਤਿਹ। ਦੁਨੀਆ 'ਚ ਕੋਰੋਨਾ ਮਹਾਮਾਰੀ ਘੋਸ਼ਿਤ ਕਰ ਦਿੱਤੀ ਗਈ ਹੈ। ਭਾਰਤ 'ਚ ਕੋਰੋਨਾ ਦੇ ਕੇਸਾਂ ਦੀ ਗਿਣਤੀ 80 ਤੋਂ ਪਾਰ ਹੋ ਗਈ ਹੈ। ਇਟਲੀ, ਫਰਾਂਸ ਅਤੇ ਅਮਰੀਕਾ 'ਚ ਗੁਰਦੁਆਰੇ ਵੀ ਬੰਦ ਕਰ ਦਿੱਤੇ ਗਏ ਨੇ। ਵਾਸ਼ਿੰਗਟਨ ਦੇ ਵਿੱਚ 250 ਤੋਂ ਵੱਧ ਲੋਕਾਂ ਦੇ ਇਕੱਠ ਤੇ ਪਾਬੰਦੀ ਲਾ ਦਿੱਤੀ ਗਈ ਹੈ। ਹਰਸਿਮਰਤ ਬਾਦਲ ਨੇ ਇਜਲਾਸ ਘੱਟ ਕਰਨ ਦੀ ਵੀ ਮੰਗ ਕੀਤੀ ਹੈ। IPL ਮੈਚਾਂ ਤੇ ਸਰਕਾਰ ਨਿਗਰਾਨੀ ਕਰੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਸੰਗਤਾਂ ਨੂੰ ਅਪੀਲ ਕੀਤੀ ਹੈ ਹੱਥ ਮਿਲਾਉਣ ਦੀ ਥਾਂ ਫਤਿਹ ਦੀ ਸਾਂਝ ਪਾਈ ਜਾਵੇ। ਇਹ ਅਸੀਂ ਇੱਕ ਦੂਜੇ ਨਾਲ ਮੋਬਾਈਲ ਅੱਗੇ ਲੈ ਜਾਂਦਾ ਪਿਆ ਤੇ ਹੱਥਾਂ ਨੂੰ ਅਸੀਂ ਸਾਫ਼ ਰੱਖੀਏ। ਉੱਤੇ ਕਰੋ, ਇਹ ਇਹਤਿਆਤ ਸਾਨੂੰ ਵਰਤਣਾ ਚਾਹੀਦਾ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਕੋਰੋਨਾ ਨੂੰ ਲੈ ਕੇ ਵੀ ਮੌਕ ਡਰਿਲ ਕੀਤੀ ਗਈ ਹੈ। ਭਾਰਤ ਸਰਕਾਰ ਨੇ IPL ਮੁਲਤਵੀ ਕਰ ਦਿੱਤਾ ਹੈ। यूपी सरकार ने
22 ਮਾਰਚ ਤੱਕ ਸਕੂਲ ਕਾਲਜ ਬੰਦ ਕਰ ਦਿੱਤੇ ਨੇ। ਕਰੋਨਾ ਦੇ ਕਹਿਰ ਤੋਂ ਬਚਣ ਦੇ ਲਈ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵੀ ਅੱਗੇ ਆਈਆਂ ਨੇ। ਖਾਸ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਮੁਤਲਕ ਇੱਕ ਬੈਠਕ ਵੀ ਕੀਤੀ ਗਈ ਅਤੇ ਸਭ ਨੂੰ ਅਪੀਲ ਕੀਤੀ ਗਈ ਕਿ ਲੋਕ ਆਪ ਸਚੇਤ ਹੋਣ ਅਤੇ ਇਸ ਤੋਂ ਬਚਣ ਦੇ ਵਜੋਂ ਇਹਤਿਆਤ ਵਰਤਣ। ਹੱਥ ਮਿਲਾਉਣ ਦੀ ਥਾਂ ਫਤਿਹ ਦੀ ਸਾਂਝ ਪਾਉਣ ਨੂੰ ਤਰਜੀਹ ਦੇਣ। ਉਧਰ ਇਸ ਮਾਮਲੇ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ एहतियातन कदम चुकन ਅਤੇ संसद ਦੇ इजलास ਨੂੰ ਵੀ ਘੱਟ ਕਰਨ। तो उसका एक सबसे बड़ी चीज़ जो डॉक्टर कह रहे हैं कि जब आप भीड़ में जाते हैं, क्योंकि ये ट्रैवल करती है, जो मुंह से जो ड्रॉपलेट्स निकलते हैं, तो वो ड्रॉपलेट्स हम तक ना पहुंचे तो डिस्टेंस मेंटेन, डिस्टेंस सब होगा जो इकट्ठ ना करें। अब IPL हो या यहाँ पे पार्लियामेंट भी हो, मैं तो कहती हूँ यहाँ पे भी हम लोग को सोचना चाहिए, क्योंकि यहाँ पे भी हाउस के अंदर सारे बगल बगल में बैठे रहते हैं। सो जहाँ पे भी ऐसी चीज़ें हैं तो उसके बारे में रीथिंक करके सेफ्टी को, सेफ्टी ऑफ द नेशन, सेफ्टी ऑफ द पीपल को फर्स्ट रखते हुए, क्योंकि किससे कब फैल रही है इसका कोई अंदाज़ा नहीं होता है, पर फैलने से रोकने के लिए हम क्या कुछ कर सकते हैं। भीड़ इकट्ठी ना करें, दूरियां रखें। सब लोगों को कह रहे हैं कि इकट्ठ नहीं करें, गैदरिंग्स नहीं करें। तो फिर सबसे बड़ी गैदरिंग तो यहीं पे होती है, देश के कोने कोने से सब हर मंडे को अपने राज्य से होके सब यहीं पे आते हैं। और ये जगह भी ऐसी कि क्लोज प्रॉक्सिमिटी में बैठना होता है, किसी को कह नहीं सकते कि आप 2 मीटर दूर बैठिए, तो कोई छींके कोई खांसे कुछ कह भी नहीं सकते हैं। सो मेरे ख्याल से इस एपिडेमिक को फैलने से रोकने के लिए जो सेशन को कटेल करना भी पड़े तो उसके बारे में सरकार को सोचना चाहिए। ਪੰਜਾਬ ਦੇ ਸਿਹਤ ਮੰਤਰੀ ਨੇ ਵੀ ਬਾਕੀ ਮੰਤਰੀਆਂ ਦੇ ਨਾਲ ਬੈਠਕ ਕੀਤੀ ਅਤੇ ਪੰਜਾਬ 'ਚ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਕਰੋਨਾ ਦੇ ਨਾਲ ਨਿਪਟਣ ਦੀ ਤਿਆਰੀਆਂ ਦਾ ਜਾਇਜ਼ਾ ਲਿਆ। ਪੰਜਾਬ 'ਚ ਨਹੀਂ ਬਲਕਿ ਪੂਰੇ ਮੁਲਕ 'ਚ ਕਰੋਨਾ ਦੇ ਨਾਲ ਜੂਝਣ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ। ਹਾਲਾਂਕਿ ਇਸ ਦੀ ਹਜੇ ਕੋਈ ਵੀ ਦਵਾਈ ਜਾਂ ਵੈਕਸੀਨ ਤਿਆਰ ਨਹੀਂ ਹੋਈ ਹੈ ਜਿਸ ਨਾਲ ਕਰੋਨਾ ਨੂੰ ਰੋਕਿਆ ਜਾ ਸਕੇ, ਪਰ ਇਹ ਇਹਤਿਆਤ ਹੀ ਹੈ ਜੋ ਸਭ ਨੂੰ ਵਰਤਣਾ ਚਾਹੀਦਾ ਹੈ। ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਸੋ ਕਈ ਸਾਰੇ ਮਾਮਲੇ ਸਾਹਮਣੇ ਆ ਗਏ ਨੇ। ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚਿਆ ਹੋਇਆ ਹੈ। ਹੁਣ ਕਰੋਨਾ ਦੇ ਦੌਰ ਦੇ ਵਿੱਚ ਜਦੋਂ ਇਹ ਮਹਾਮਾਰੀ ਘੋਸ਼ਿਤ ਕਰ ਦਿੱਤੀ ਗਈ ਹੈ, ਕਰੋਨਾ ਹੋਈ ਪਈ ਹੈ, ਤੇ ਹੁਣ ਇਸ ਨੂੰ ਨਾ ਕਰਨਾ ਕਿਸ ਤਰੀਕੇ ਦੇ ਨਾਲ ਸਾਨੂੰ ਪਏਗਾ। ਸਵਾਲ ਇਹ ਖੜਾ ਹੋ ਰਿਹਾ ਹੈ ਕਿ ਸਾਨੂੰ ਹੁਣ ਫਤਿਹ ਦੀ ਸਾਂਝ ਯਾਨੀ ਨਮਸਤੇ ਕਰਨਾ ਚਾਹੀਦਾ ਹੈ, ਹੱਥ ਨਹੀਂ ਮਿਲਾਉਣੇ ਚਾਹੀਦੇ। ਡਾਕਟਰਾਂ ਤੋਂ ਵੀ ਜਾਣਾਂਗੇ, ਖਾਸ ਤੌਰ ਸਾਡੇ ਨਾਲ ਡਾਕਟਰ ਜੁੜ ਗਏ ਨੇ, ਡਾਕਟਰ ਦੀਪਕ ਭਾਟੀਆ ਸਾਹਿਬ। ਭਾਟੀਆ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਹੁਣ ਜਾਣਨ ਦੀ ਇਹ ਲੋੜ ਹੈ ਤੇ ਸਾਨੂੰ ਸਭ ਤੋਂ ਵੱਡਾ, ਕਿਉਂਕਿ ਇਸ ਵੇਲੇ ਸਭ ਤੋਂ ਪਹਿਲਾ ਫਰਜ਼ ਲੋਕਾਂ ਦਾ ਕੀ ਬਣਦਾ। ਸਰਕਾਰਾਂ ਤਾਂ ਕਹਿੰਦੀਆਂ ਨੇ 1 ਮੀਟਰ ਦੀ ਦੂਰੀ ਰੱਖੋ, ਹੱਥ ਨਾ ਮਿਲਾਓ, ਫਤਿਹ ਦੀ ਸਾਂਝ ਪਾਓ। ਧਾਰਮਿਕ ਜਿਹੜੇ ਜਥੇਬੰਦੀਆਂ ਉਹ ਕਹਿ ਰਹੀਆਂ ਨੇ, ਪਰ ਕੇਸਿਸ ਵੱਧਦੇ ਜਾ ਰਹੇ ਨੇ। ਪੰਜਾਬ ਦੇ ਵਿੱਚ ਪੋਜ਼ਿਟਿਵ ਕੇਸ ਵੀ ਆਇਆ, ਸਸਪੈਕਟਡ ਮਰੀਜ਼ ਜਿਹੜੇ ਨੇ ਕੇਸਿਸ ਉਹ ਵੀ ਜ਼ਿਆਦਾ ਆ ਰਹੇ ਨੇ। ਅਜਿਹੇ ਵਿੱਚ ਹੁਣ ਕੀ ਕਰਨ ਦੀ ਲੋੜ ਹੈ, ਕਿਉਂਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪੈਨਿਕ ਹੈ। ਸਕੂਲਾਂ ਦੀ ਪੰਜਾਬ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ 31 ਮਾਰਚ ਤੱਕ। आज जिमें आप साਰਿਆਂ ਨੂੰ ਪਤਾ ਹੀ ਹੈ ਕਿ ਕਰੋਨਾ ਕਰਕੇ ਲੋਕਾਂ ਦੇ ਵਿੱਚ ਕਾਫੀ ਡਰ ਵੀ ਪੈਦਾ ਹੈ ਔਰ ਇਹ ਫੈਲਿਆ ਵੀ ਹੈ। ਜਿਵੇਂ ਕਿ ਹੁਣ 1 ਲੱਖ ਤੋਂ ਵੱਧ ਕੇਸ ਜਿਹੜੇ ਹੈ ਵਰਲਡ ਵਾਈਡ ਹੋ ਚੁੱਕੇ ਹਨ, 1,26,000 ਤੋਂ ਉੱਪਰ, ਔਰ 5,000 ਦੇ ਕਰੀਬ ਡੈਥਸ ਹੋ ਚੁੱਕੀਆਂ ਹਨ। ਬਿਲਕੁਲ। ਔਰ ਇੰਡੀਆ ਦੇ ਵਿੱਚ ਵੀ 81 ਕੇਸ ਪੋਜ਼ਿਟਿਵ ਪਾਏ ਗਏ ਹਨ ਔਰ 1 ਡੈਥ ਹੋਈ ਹੈ, ਜਿਵੇਂ 75 ਸਾਲ ਦੇ ਬਜ਼ੁਰਗ ਦੀ, ਕੇਰਲਾ ਦੇ ਵਿੱਚ ਰਹਿਣ ਵਾਲੇ ਬਜ਼ੁਰਗ ਦੀ ਸੀਗੀ। ਇਸ ਤੋਂ ਇਲਾਵਾ ਜਿਹੜਾ ਤੁਹਾਡਾ ਚਾਈਨਾ ਤੋਂ ਇਲਾਵਾ ਇਟਲੀ, ਸਾਊਥ ਕੋਰੀਆ, ਈਰਾਨ ਦੇ ਕੇਸਿਸ ਕਾਫੀ ਹਨ ਔਰ US ਦੇ ਵਿੱਚ ਵੀ ਡੈਥਸ ਹੋਈਆਂ ਹਨ। ਇੰਡੀਆ ਦੇ ਵਿੱਚ ਹਾਲੇ ਜਸਟ ਉਹਨੇ ਇੱਕ ਤਰੀਕੇ ਕਹਿੰਦੇ ਕਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ। ਅਸੀਂ ਪਹਿਲਾਂ ਵੀ ਜਿਹੜਾ ਹੈ ਸਵਾਈਨ ਫਲੂ ਨੂੰ 2009 ਤੋਂ ਟੈਕਲ ਕਰਦੇ ਆ ਰਹੇ ਹਾਂ। ਉਹਨਾਂ ਗਾਈਡਲਾਈਨ ਦੇ ਮੁਤਾਬਕ ਹੀ ਅਸੀਂ ਆਪਣੇ ਆਪ ਨੂੰ ਤਿਆਰ ਕੀਤਾ ਹੈ ਕਿ ਅਸੀਂ ਕਰੋਨਾ ਵਾਇਰਸ ਨੂੰ ਵੀ ਮੈਨੇਜ ਕਰ ਸਕੀਏ ਤੇ ਇਹਨੂੰ ਹੈਂਡਲ ਕਰ ਸਕੀਏ। ਤੇ ਇਹਦੇ ਵਾਸਤੇ ਸਭ ਤੋਂ ਜ਼ਰੂਰੀ ਜਿਹੜਾ ਹੈ ਦੈਟ ਇਜ਼, ਜਿਵੇਂ ਤੁਸੀਂ ਤੁਹਾਨੂੰ ਪੁੱਛਿਆ ਹੈ ਕਿ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ। ਲੋਕਾਂ ਨੂੰ ਇੱਕ ਤਾਂ ਇਹ ਹੈ ਕਿ ਬਈ ਸਾਨੂੰ ਡਰਨ ਦੀ ਗੱਲ ਨਹੀਂ ਹੈ। ਬਿਮਾਰੀਆਂ ਤਾਂ ਅਸੀਂ ਆਪਾਂ ਫੇਸ ਕਰ ਸਕਦੇ ਹਾਂ, ਲੇਕਿਨ ਸਾਨੂੰ ਸਭ ਤੋਂ ਜ਼ਰੂਰੀ ਜਿਹੜੀ ਹੈ ਸਾਡੀ ਪ੍ਰੀਕਾਸ਼ਨ ਲੈਣ ਦੀ ਜ਼ਰੂਰਤ ਹੈ। ਆਮ ਹੈ ਜਿਵੇਂ ਕਿ ਮਰੀਜ਼, ਜੇ ਆਪਾਂ ਨੂੰ ਲੱਗਦਾ ਹੈ ਕੋਈ ਮਰੀਜ਼ ਨੂੰ, ਕਿਸੇ ਨੂੰ ਕੋਈ ਖਾਂਸੀ ਜਾਂ ਜ਼ੁਕਾਮ ਜਾਂ ਬੁਖਾਰ ਦੀ ਤਕਲੀਫ ਹੈ, ਉਸ ਤੋਂ ਆਪਾਂ 1 ਜਾਂ 2 ਮੀਟਰ ਦਾ, 1 ਮੀਟਰ ਦਾ ਘੱਟ ਤੋਂ ਘੱਟ ਜਿਹੜਾ ਹੈ ਡਿਸਟੈਂਸ ਬਣਾ ਕੇ ਰੱਖੀਏ। ਕਿਉਂਕਿ ਜਿਹੜਾ ਵਾਇਰਸ ਹੈ ਉਹ ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਜੇ ਖੰਘ ਨਾਲ ਜਾਂ ਨਿੱਛਣ ਦੇ ਛਿੱਕ ਮਾਰਨ ਨਾਲ 1 ਮੀਟਰ ਤੱਕ ਦੂਸਰੇ ਤੱਕ ਪਹੁੰਚ ਸਕਦਾ ਹੈ, ਕਿ ਡ੍ਰੌਪਲੇਟ ਇਨਫੈਕਸ਼ਨ ਹੈ।
ਠੀਕ ਹੈ। ਔਰ ਜੇ ਕਿਸੇ ਨੇ ਛਿੱਕਣ ਤੋਂ ਬਾਅਦ ਜਿਹੜਾ ਉਹਦਾ ਵਾਇਰਸ ਹੈ ਕਿਸੇ ਹਾਰਡ ਸਰਫੇਸ ਤੇ, ਕੋਈ ਟੇਬਲ ਤੇ, ਕੋਈ ਕੁਰਸੀ ਤੇ, ਜਾਂ ਕਿਸੇ ਦਰਵਾਜ਼ੇ ਦੀ ਨੌਬ ਤੇ, ਜਾਂ ਕਿਸੇ ਹੋਰ ਗਲਾਸ ਦੇ ਉੱਪਰ ਕਿਸੇ ਚੀਜ਼ ਤੇ ਲੱਗਿਆ ਹੋਇਆ ਹੈ ਜੀ। ਉਹ ਜਿਹੜਾ ਵਾਇਰਸ ਜਿਹੜਾ ਹੈ ਤੁਹਾਡੇ ਬਾਡੀ ਦੇ ਵਿੱਚ ਤੁਹਾਨੂੰ ਵੀ ਟ੍ਰਾਂਸਮਿਟ ਹੋ ਸਕਦਾ ਹੈ ਸਰਫੇਸ ਤੋਂ ਵੀ। ਰਾਈਟ। ਸੋ ਇਸ ਵਾਸਤੇ ਕਿਹਾ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਹੱਥ ਨੂੰ ਵਾਰੀ-ਵਾਰੀ ਧੋਣਾ। ਠੀਕ ਹੈ, ਅੱਛੀ ਤਰ੍ਹਾਂ ਹੱਥ ਧੋਣਾ, ਉਂਗਲੀਆਂ ਤੋਂ ਪਿਛਲੇ ਬੈਕ ਤੋਂ ਐਲਬੋ ਤੱਕ ਸਾਰਾ ਅੱਛੀ ਤਰ੍ਹਾਂ ਧੋਣਾ ਹੈ, ਤਾਂ ਕਿ ਜਿਹੜਾ ਹੈ ਵਾਇਰਸ ਜਿਹੜਾ ਹੈ ਉਹਨੂੰ ਹੱਥਾਂ ਤੇ ਚਿਪਕਿਆ ਨਾ ਰਹੇ ਔਰ ਉਹ ਟ੍ਰਾਂਸਮਿਟ ਹੋ ਜਾਏ। ਜਾਂ ਸੈਨੀਟਾਈਜ਼ਰਸ, ਜਦੋਂ ਵੀ ਕਿਸੇ ਅਸੀਂ ਜਗ੍ਹਾ ਨੂੰ ਹੱਥ ਲਗਾਉਂਦੇ ਹਾਂ ਤੇ ਸਾਨੂੰ ਜਿਹੜਾ ਹੈ ਜ਼ਰੂਰੀ ਹੈ ਕਿ ਅਸੀਂ ਉਹਦੇ ਬਾਅਦ ਹੈਂਡ ਸੈਨੀਟਾਈਜ਼ਰਸ ਯੂਜ਼ ਕਰੀਏ ਤਾਂ ਕਿ ਵਾਇਰਸ ਨੂੰ ਇਮੀਡੀਏਟਲੀ ਕਿਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇੱਕ ਜ਼ਰੂਰੀ ਹੈ ਆਪਣੀ ਸੋਸ਼ਲ ਡਿਸਟੈਂਸਿੰਗ ਬਣਾਉਣਾ। ਰਾਈਟ। ਠੀਕ ਹੈ, ਜਿਵੇਂ ਪਹਿਲਾਂ ਦੱਸਿਆ ਹੈ ਮੈਂ ਕਿ 1 ਮੀਟਰ ਦਾ ਡਿਸਟੈਂਸ ਇੱਕ ਮਰੀਜ਼ ਤੋਂ, ਜੇ ਕਿਸੇ ਦਾ ਅਸੀਂ ਹਾਲ ਵੀ ਪੁੱਛ ਰਹੇ ਹਾਂ ਜਾਂ ਉਹਨੂੰ ਦੇਖਣ ਵੀ ਜਾਂਦੇ ਹਾਂ ਜਾਂ ਕਿਸੇ ਤਰੀਕੇ ਨਾਲ ਉਹਦਾ ਡਾਕਟਰ ਸਾਹਿਬ 1 ਮੀਟਰ ਦੇ ਉੱਪਰ ਤਾਂ ਮੈਂ ਆਵਾਂਗਾ, ਜਿਹੜਾ ਕਿ ਮੈਨੂੰ ਲੱਗਦਾ ਹੈ ਨੈਕਸਟ ਟੂ ਇੰਪੋਸੀਬਲ ਹੈ, ਇਸ ਦੇ ਉੱਪਰ ਮੈਂ ਆਵਾਂਗਾ। ਪਰ ਇੱਕ ਸਵਾਲ ਜਿਹੜੇ ਦਰਸ਼ਕ ਵੀ ਜਾਣਨਾ ਚਾਹਣਗੇ ਕਿ ਇਹ ਮਹਾਮਾਰੀ ਜਿਹੜੀ ਘੋਸ਼ਿਤ ਕਰਤੀ WHO ਨੇ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ, ਆਖਿਰ ਇਹ ਮਹਾਮਾਰੀ ਹੁੰਦੀ ਕੀ ਹੈ ਤੇ ਹੁਣ ਇੰਨੇ ਦਿਨ ਬਾਅਦ ਘੋਸ਼ਿਤ ਕੀਤੀ ਹੈ, ਤੇ ਇਸ ਦੇ ਮਾਇਨੇ ਕੀ ਹੋਣਗੇ, ਕੀ ਸਾਡੀ ਜ਼ਿੰਦਗੀਆਂ 'ਚ ਫਰਕ ਕੀ ਪਏਗਾ, ਆਖਿਰ ਮਹਾਮਾਰੀ ਹੁੰਦੀ ਕੀ ਹੈ ਤੇ ਇਸ ਦਾ ਮਤਲਬ ਕੀ ਹੈ ਆਮ ਲੋਕਾਂ ਨੂੰ, ਜੇ ਅਸੀਂ ਸਮਝਾ ਸਕੀਏ। ਆਮ ਲੋਕਾਂ ਵਾਸਤੇ ਇੰਨਾ ਸਮਝਣਾ ਜ਼ਰੂਰੀ ਹੈ ਕਿ ਮਹਾਮਾਰੀ ਦਾ ਮਤਲਬ ਹੈ ਕਿ ਜੇ ਇੱਕ ਕੰਟਰੀ ਤੋਂ ਸਟਾਰਟ ਹੁੰਦੀ ਹੈ ਔਰ ਦੂਸਰੇ ਕੰਟਰੀ ਦੇ ਵਿੱਚ ਬਿਮਾਰੀ ਪਹੁੰਚ ਜਾਂਦੀ ਹੈ। ਕਿਉਂਕਿ ਹੁਣ ਅੱਜ ਕੱਲ੍ਹ ਕੀ ਹੈ, ਟਰੈਵਲਿੰਗ ਬਹੁਤ ਹੈ, ਲੋਕ ਇੱਕ ਕੰਟਰੀ ਤੋਂ ਦੂਸਰੇ ਕੰਟਰੀ ਤੱਕ ਕਾਫੀ ਜਾਂਦੇ ਹਨ, ਔਰ ਉਹਦੇ ਨਾਲ ਕੀ ਹੈ, ਜਿਹੜਾ ਇਨਫੈਕਸ਼ਨ ਹੈ ਸਾਨੂੰ ਪਤਾ ਨਹੀਂ ਹੁੰਦਾ ਕਿ ਜਿਹੜਾ ਸਾਡੇ ਨਾਲ ਬੰਦਾ ਬੈਠਾ ਹੈ ਜਾਂ ਸਾਡੇ ਤੋਂ ਅੱਗੇ ਬੰਦਾ ਬੈਠਾ ਹੈ ਕਿ ਉਹਦੇ ਤੇ ਇਨਫੈਕਸ਼ਨ ਉਹਦੇ ਦੇ ਵਿੱਚ ਹੈ, ਡ੍ਰੌਪਲੇਟ ਇਨਫੈਕਸ਼ਨ। ਉਹ ਡ੍ਰੌਪਲੇਟ ਇਨਫੈਕਸ਼ਨ ਜਿਹੜਾ ਹੈ ਸਾਡੇ ਤੱਕ ਵੀ ਆ ਸਕਦਾ ਹੈ। ਹੁਣ ਇਸ ਟਾਈਮ ਜਿਹੜਾ 121 ਦੇਸ਼ਾਂ ਦੇ ਵਿੱਚ ਇਹ ਜਿਹੜਾ ਵਾਇਰਸ ਪਹੁੰਚ ਚੁੱਕਿਆ ਹੈ, ਤੇ ਇਸੇ ਵਾਸਤੇ WHO ਜਿਹੜਾ ਹੈ ਪਹਿਲੇ ਦੇਖਦੇ ਆ ਕਿ ਉਹਨੂੰ ਕਿੰਨਾ ਅਸੀਂ ਕੰਟੇਨ ਕਰ ਸਕਦੇ ਹਾਂ। ਜਦੋਂ ਕੰਟੇਨ ਨਹੀਂ ਹੋਇਆ ਜਾਂ ਜਦੋਂ ਹੋਰ ਜ਼ਿਆਦਾ ਕੇਸ ਫੈਲਦੇ ਜਾਂਦੇ ਹਨ ਔਰ ਦੂਸਰੇ ਕੰਟਰੀ ਪਹੁੰਚ ਜਾਂਦਾ ਹੈ, ਤਾਂ ਮਹਾਮਾਰੀ ਡਿਕਲੇਅਰ ਕੀਤੀ ਜਾਂਦੀ ਹੈ। ਮਹਾਮਾਰੀ ਦਾ ਮਤਲਬ ਹੈ ਕਿ ਜੇ ਅਸੀਂ ਸਾਰੇ ਕੰਟਰੀ ਮਿਲ ਕੇ WHO ਦੇ ਅਧੀਨ ਅਸੀਂ ਸਾਰੇ ਕੰਟਰੀ ਮਿਲ ਕੇ ਇਕੱਠੇ ਇੱਕ ਸਟ੍ਰੈਟਜੀ ਬਣਾ ਕੇ ਉਹਨੂੰ ਫਾਈਟ ਕਰ ਸਕੀਏ। ਸੋ ਇਸ ਵਾਸਤੇ ਜਿਹੜਾ ਹੈ ਇੱਕ ਤਰੀਕੇ ਦੀ ਕਹਿ ਸਕਦੇ ਹੋ ਕਿ ਇੱਕ ਇੰਟਰਨੈਸ਼ਨਲ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ ਜਿਹਨੂੰ ਮਹਾਮਾਰੀ ਨੂੰ ਟੈਕਲ ਕਰਨ ਵਾਸਤੇ। ਠੀਕ ਹੈ, ਮਤਲਬ ਕਿ ਅਗਰ ਅਸੀਂ ਆਪਣੇ ਪੰਜਾਬੀਆਂ ਨੂੰ ਸਮਝਾ ਸਕੀਏ ਤੇ ਮਹਾਮਾਰੀ ਜਿਹੜੀ WHO ਨੇ ਘੋਸ਼ਿਤ ਕਰਤੀ ਹੈ, ਇਹ ਇਸ ਕਰਕੇ ਹੈ ਕਿਉਂਕਿ ਹੁਣ ਦੁਨੀਆ ਦੇ 100 ਤੋਂ ਵੱਧ ਮੁਲਕਾਂ ਦੇ ਵਿੱਚ ਇਹ ਫੈਲ ਚੁੱਕੀ ਬਿਮਾਰੀ, ਜਿਹੜੀ ਕਿ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਈ ਸੀ। ਤੇ ਹੁਣ ਸਵਾਲ ਇਹ ਖੜਾ ਹੋ ਗਿਆ ਕਿ ਜੇ ਮਹਾਮਾਰੀ ਹੈਗੀ ਹੈ, ਕੰਟਰੋਲ 'ਚ ਨਹੀਂ ਹੈ, ਹੱਥੋਂ ਬਾਹਰ ਹੋ ਚੁੱਕੀ ਹੈ, ਤੇ ਕੰਟਰੋਲ 'ਚ ਆਏਗੀ ਕਿਵੇਂ? ਤੇ ਦੂਜਾ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਇਸ ਦੀ ਤਾਂ ਦਵਾਈ ਕੋਈ ਬਣੀ ਨਹੀਂ, ਅਜੇ ਤੱਕ ਤਾਂ ਰਿਸਰਚਾਂ ਹੀ ਚੱਲੀ ਜਾਂਦੀਆਂ ਹੈ, ਤੇ ਜੇ ਅਜਿਹਾ ਕੋਈ ਪੇਸ਼ੈਂਟ ਹੁੰਦਾ ਹੈ, ਅਫੈਕਟਡ ਹੁੰਦਾ ਹੈ, ਪੋਜ਼ਿਟਿਵ ਆਂਦਾ ਹੈ ਜਾਂ ਸਸਪੈਕਟਡ ਹੁੰਦਾ ਹੈ, ਤੇ ਉਹ ਕੀ ਕਰੇ? ਕਿਉਂਕਿ ਪੈਨਿਕ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇਹ ਸਾਰੇ ਜਿਹੜੇ ਸਵਾਲ ਹੈ ਲੋਕਾਂ ਦੇ ਜ਼ਿਹਨ 'ਚ ਹੈਗੇ ਆ। ਸਹੀ ਹੈ ਕਿ ਭਾਈ ਕੋਈ ਵੈਕਸੀਨ ਹਾਲੇ ਤੱਕ ਇਹਦੇ ਅਗੇਂਸਟ ਨਹੀਂ ਬਣੀ ਹੈ, ਇਹਦੀ ਰਿਸਰਚ ਚੱਲ ਰਹੀ ਹੈ। ਕੋਈ ਵੀ ਵੈਕਸੀਨ ਜਿਹੜੀ ਨਵੀਂ ਕਿਸੇ ਵੀ ਬਿਮਾਰੀ ਦੇ ਅਗੇਂਸਟ ਆਉਂਦੀ ਹੈ, ਕਿਉਂਕਿ ਜਿਹੜਾ ਵਾਇਰਸ ਹੈ ਉਹ ਮਿਊਟੇਟ ਹੁੰਦਾ ਰਹਿੰਦਾ ਹੈ। ਪਹਿਲੇ ਮਰਸ ਸੀ, ਉਸ ਤੋਂ ਸਾਰਸ ਆਇਆ ਸੀ, ਮਰਸ ਦੇ ਵਿੱਚ ਸੀਗਾ ਸੇਮ ਵਾਇਰਸ ਸੀ, ਲੇਕਿਨ ਉਹਦਾ ਮਿਊਟੇਟ ਹੋ ਕੇ ਹੁਣ ਕੋਵਿਡ ਵਾਇਰਸ ਬਣ ਗਿਆ, ਜਿਹੜਾ ਆਪਾਂ ਨੋਵਿਡ ਵਾਇਰਸ ਹੋ ਗਿਆ। ਸੋ ਇਹਦਾ ਜਿਹੜਾ ਵੈਕਸੀਨ ਆਉਣ ਦੇ ਵਿੱਚ ਹਾਲੇ ਆਪਾਂ ਨੂੰ 6 ਮਹੀਨੇ ਸਾਲ ਲੱਗ ਸਕਦਾ ਹੈ। ਫਿਰ ਟੈਸਟ ਹੁੰਦਾ ਹੈ, ਫਿਰ ਦੇਖਿਆ ਜਾਂਦਾ ਹੈ ਕਿ ਕਿੰਨਾ ਇਫੈਕਟਿਵ ਹੋਏਗਾ। ਠੀਕ ਹੈ। ਸੋ ਜਦ ਤੱਕ ਵੈਕਸੀਨ ਨਹੀਂ ਆਉਂਦਾ ਹੈ ਤਾਂ ਉਦੋਂ ਤੱਕ ਨੂੰ ਜਿਹੜਾ ਸਾਨੂੰ ਜਿਹੜਾ ਆਪਣੇ ਪ੍ਰੀਕਾਸ਼ਨਸ ਲੈ ਕੇ ਆਪਣੇ ਆਪ ਨੂੰ ਬਚਾ ਕੇ ਔਰ ਆਪਣੀਆਂ ਜਿਹੜੀਆਂ ਜਨਰਲ ਹਾਈਜੀਨ। ਡਾਕਟਰ ਸਾਹਿਬ ਮੈਂ ਦਰਸ਼ਕਾਂ ਨੂੰ ਦੱਸਦਾ, ਰੀਟਾ ਕੋਹਲੀ ਜੀ ਸਾਡੇ ਨਾਲ ਜੁੜ ਗਏ ਨੇ, ਸਮਾਜ ਸੇਵੀ ਨੇ। ਮਨਜੀਤ ਸਿੰਘ ਜੀ, ਪ੍ਰੋਫੈਸਰ ਮਨਜੀਤ ਸਿੰਘ ਜੀ ਸਿਆਸੀ ਮਾਹਰ ਨੇ, ਉਹ ਵੀ ਸਮਾਜ ਸੇਵੀ ਨੇ, ਸਾਡੇ ਨਾਲ ਜੁੜ ਗਏ ਨੇ ਮਾਹਰ ਦੇ ਤੌਰ ਤੇ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਰੀਟਾ ਜੀ, ਜੋ ਡਾਕਟਰ ਭਾਟੀਆ ਸਾਹਿਬ ਕਹਿ ਰਹੇ ਸੀਗੇ, ਮਤਲਬ ਕਿ ਇਹ ਚੀਜ਼ਾਂ ਸਾਹਮਣੇ ਜਿਹੜੀਆਂ ਆਈਆਂ ਨੇ, ਕਿਉਂਕਿ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਜਿਹੜੀ ਸਬ ਕਮੇਟੀ ਬਣੀ ਹੈ, ਉਹਨਾਂ ਦੀ ਬੈਠਕ ਹੋਈ ਹੈ, ਬੜੇ ਸਾਰੇ ਪੁਆਇੰਟਸ ਜਿਹੜੇ ਉਹਨਾਂ ਨੇ ਸਾਹਮਣੇ ਰੱਖੇ ਹੈ ਕਿ 1 ਮੀਟਰ ਤੋਂ ਤੁਸੀਂ ਦੂਰੀ ਰੱਖੋ ਜ਼ਿਆਦਾ ਲੋਕਾਂ ਦੇ ਵਿੱਚ,
ਤੁਹਾਨੂੰ ਲੱਗਦਾ ਹੈ ਕਿ ਇਹ ਪੋਸੀਬਲ ਹੋਏਗਾ ਕਿ ਪੰਜਾਬ ਦੇ ਵਿੱਚ ਸਕੂਲ ਜਿਹੜੇ ਹੈਗੇ ਨੇ ਬੰਦ ਕਰ ਦਿੱਤੇ 31 ਮਾਰਚ ਤੱਕ ਐਜ਼ ਅ ਪ੍ਰੀਕਾਸ਼ਨਰੀ ਮੈਜਰ? ਹਰਿਆਣਾ, ਯੂਪੀ, ਬਾਕੀ ਜਗ੍ਹਾ ਤੇ ਵੀ ਹੋਏ ਆ, ਪਰ ਸਵਾਲ ਇਹ ਖੜਾ ਹੋ ਰਿਹਾ ਕਿ ਇੰਡੀਆ ਦੇ ਵਿੱਚ ਪਹਿਲਾ ਜਿਹੜਾ ਕੇਸ ਹੈਗਾ, ਜਿਹੜੀ ਡੈਥ ਹੈਗੀ ਹੈ, ਉਹ ਵੀ ਸਾਹਮਣੇ ਆ ਗਈ ਹੈ। देखो जड़ियाँ मेजर्स सरकार ले रही है, पंजाब सरकार ने स्कूल बंद किए, मैं तो कहांगी ये भी शायद थोड़ा देर नाल करता, क्योंकि जड़ी एजुकेशन स्कूल्स बंद करन तो पहला स्कूलों में देनी चाहिए सी, और टू अ ग्रेट एक्सटेंट मिसिंग रही। स्कूलों ही नहीं, कॉलेजेस तक भी। मैं पर्सनली कई बच्चों नाल गल कीती, जदों असी हफ्ता 15 दिन पहले गल करते सी कि तुहानू किते कॉलेज कोई दस रहा कोरोना वायरस की हुंदा है, ते उन्हां बच्चों दा बिल्कुल ऐसा मस्त रवैया सी कि नहीं जी सानू कोई मतलब नहीं, वो तो दुनिया च किते होर हो रहा है। ये हले हफ्ता 10 दिन पहला दी गल है जदों कि सारी दुनिया कोरोना वायरस की गल कर रही सी। राइट, मैनू लगता है कि ये टाइम है जे सरकार ने 5 मंत्रियों की जिहड़ी कमेटी बनाई है, हाले भी ये बहुत अच्छी मेजर है, पर इत्थे हुण सानू यूनिफाइड कमांड कोऑर्डिनेशन बहुत जरूरी है। रेगुलर गवर्नमेंट दियां जिहड़ियां कि हिदायतां जिहड़ियां रोज डे टू डे आनियां चाहिए, सो दैट र्यूमर स्प्रेड ना होण। ये जड़ा असी देख रहे हैं व्हाट्सएप पे बहुत अच्छा एक वीडियो वायरल हो रहा है कि जदों खांसी आए या तुहानू छिक आंदी है, तुसी किवें, व्हाट इज द राइट वे टू प्रिवेंट द डिजीज। मैनू लगता है कि सारे टीवी चैनल्स नू सरकार वालों ये जरूरी करना चाहिए है कि वो हर घंटे बाद इहो जिहियां चीज़ां ते सही खबर देन, क्योंकि व्हाट्सएप के नाल नाल बहुत सारी पैनिक भी क्रिएट होंदा है। सो ये सरकार दी इस वेले बहुत वड्डी रिस्पॉन्सिबिलिटी बन जाती है कि पैनिक नू कंट्रोल करके लोगों नू करेक्ट इन्फॉर्मेशन ते सही हिदायतां पहुँचाइयां जान, वो सब तो ज़्यादा ज़रूरी है। जिथे तक डिस्टेंस वगैरह की गल है, जड़े पढ़े लिखे हैं वो लोग तो समझ रहे हैं। दुनिया भर के लोग जड़े हैंडशेक करते सी वो नमस्ते ते आ गए, पर अनफॉर्चुनेटली साडा यूथ जे असीं हुणे देखिए होली का त्यौहार गया है या होला मोहल्ला होके हटिया है, मैनू नहीं दिखा उत्थे सरकार वालों किते भी होले मोहल्ले की किते कॉन्ग्रीगेशन च घाटा किया गया होवे या होली सैलीब्रेशन दे विच जो जिहड़े एजुकेशनल इंस्टीट्यूशनस नू किसी ने हिदायतां दित्तियां होण या कोई जगह जगह ते पोस्टर लगे होण कि जे होली खेलनी है तो किवें खेलनी है। फिर भी मैं कहांगी जे सरकार हुण भी चौकस ते चौकन्नी हो जाए, शायद वो एक टाइमली एक्ट होवेगा। एग्जैक्टली, टाइमली एक्ट होएगा। मनजीत जी, ਜਿਹੜੀ ਹੁਣੇ ਮੰਤਰੀਆਂ ਦੀ ਸਬ ਕਮੇਟੀ ਦੀ ਬੈਠਕ ਹੋਈ ਹੈ ਤੇ ਬ੍ਰਹਮਿੰਦਰਾ ਸਾਹਿਬ ਦਾ ਬਿਆਨ ਆਇਆ, ਉਹ ਕਹਿੰਦੇ ਅਸੀਂ ਅਪੀਲ ਕੀਤੀ ਹੈ ਜਿੰਨੇ ਵੀ ਸਿੱਖਿਅਕ ਅਦਾਰੇ ਨੇ, ਜਿੰਨੇ ਵੀ ਦਫ਼ਤਰ ਨੇ, ਪਬਲਿਕ ਟਰਾਂਸਪੋਰਟ ਹੈ, ਉਹ ਇਸਤੇਮਾਲ ਜਿਹੜੇ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਸਾਡੀ ਅਪੀਲ ਹੈਗੀ ਹੈ, ਮੈਂ ਕਿ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਦੀ ਰੋਕਥਾਮ ਦੇ ਲਈ 8 ਪੁਆਇੰਟ ਦੇ ਉੱਪਰ ਅਸੀਂ ਕੰਮ ਕਰ ਰਹੇ ਹਾਂ ਤੇ ਜਿਸ ਨੂੰ ਲਾਗੂ ਕੀਤਾ ਜਾਏਗਾ, ਜਿਸ ਦੇ ਵਿੱਚ ਸਕੂਲਸ ਜਿਹੜੇ ਨੇ ਖਾਸ ਤੌਰ ਤੇ ਬੱਚੇ ਜਿਹੜੇ ਸਿੱਖਿਅਕ ਅਦਾਰਿਆਂ 'ਚ ਪੜ੍ਹਦੇ ਆ, ਪ੍ਰੀਵੈਂਟਿਵ ਮੈਜਰਸ ਦੀ ਜਿਹੜੀ ਜਾਣਕਾਰੀ ਉਹਨਾਂ ਨੂੰ ਦਿੱਤੀ ਜਾਏਗੀ। ਆਸ਼ਾ ਵਰਕਰਸ, ਆਂਗਨਵਾੜੀ ਵਰਕਰਸ, ਪੰਚਾਇਤ ਜਿਹੜੇ ਸਕੱਤਰ ਨੇ, ਕੋਆਪਰੇਟਿਵ ਸੈਕਟਰੀਜ਼, ਵੀਡੀਓਜ਼, ਤੇ ਇਹਨਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਕਹਿਣ ਦਾ ਭਾਵ ਹੈ ਕਿ ਇਹ ਹੁਣ ਜਿਹੜੀ ਗੱਲ ਕਰ ਰਹੇ ਆ ਉਹ ਇਹ ਉਦੋਂ ਕਰ ਰਹੇ ਆ ਜਦੋਂ ਕਿ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ। ਇਹ ਜਿਵੇਂ ਰੀਟਾ ਜੀ ਨੇ ਕਿਹਾ ਪਹਿਲੇ ਨਹੀਂ ਕਰਨਾ ਚਾਹੀਦਾ ਸੀਗਾ, क्योंकि नमस्ते फतेह की सांझ आ जी हुण आपां गल्लां प्रिकॉशनरी मैजर्स की गल कर रहे हैं, 1 मीटर का फासला रखो तो तुसीं दूर रहो, तुहानूं लगता है कि आपां थोड़ा जिहा लेट हो गए या ठीक है हुण जाके उहदी सवेरा? ये गौरव जी कोई सवेरा नहीं, अजे भी हनेरा ही है। ये एवें अपने नंबर बनाने लिए राजनीति है कोरोना वायरस के नाम से हो रही। मैनूं ये दसो कि पहला इन्हां कोल की ये हैल्थ के उत्ते बजट कदी नहीं रख सकते सीगे? कितना बजट है साडा? 1 ਤੋਂ 1.5% भी GDP का नहीं हुंदा, घट्टो घट्ट 5-6% GDP का तुहाडे कोल हैल्थ का बजट होना चाहिए। ना इन्हां कोल हस्पताल आ, ना बेसिक सेवावां हैगियां, ना इन्हां कोल डॉक्टर हैगे आ। मैं हुणे ही एक IMA के वाइस प्रेजिडेंट बेदी साहब हैगे और डॉक्टर साहब, उन्हां दी मैं गल्लां सुन के आया, बिल्कुल उन्होंने कन्विंसिंग गल्लां कहते ये एवें ऑफ द कफ हुण ना अपने नंबर बनाने लिए। देखो जी असीं सिनेमे बंद करते, असीं एयरपोर्ट से असीं बाहरों हवाई जहाज़ां दीयां उड़ानां बंद करतियां, बाहरों आने वाले सारे बंदियां नूं असीं रोक दिता, उधर अमरीका ने बराबर दा सारे यूरोप नूं रोक दिता। ये ਜਿਹੜੀਆਂ ਆਪਣੀਆਂ ਕੁਝ ਕਮੀਆਂ ਪੇਸ਼ੀਆਂ ਹੈਗੀਆਂ ਉਸ ਨੂੰ ਲੁਕਾਉਣ ਲਈ ਇੱਕ ਰਾਜਨੀਤਿਕ ਤੌਰ ਤੇ ਕੀਤਾ ਜਾ ਰਿਹਾ, ਔਰ ਇਹਦੇ ਜਿਹੜੇ ਰਿਜ਼ਲਟ ਨਿਕਲਣ ਵਾਲੇ ਆ ਆਰਥਿਕ ਤੌਰ ਤੇ ਉਹ ਬਹੁਤ ਹੀ ਭਿਆਨਕ। ਆਲਰੇਡੀ ਤੁਸੀਂ ਦੇਖਦੇ ਆ ਸੈਂਸੈਕਸ ਕਿਵੇਂ ਮੂੰਹ ਭਰ ਦਿੰਦਾ ਰੋਜ਼, ਔਰ ਉਹ ਗਾਂ ਹੋਰ ਉਹਦੇ ਜਿਹੜਾ ट्रिगर इफैक्ट जिन्हों कहिंदे आ ना, ਉਹਦਾ अजे होने वाला है, अजे तो शुरुआत नहीं ਉਹਦੀ ਹੋਈ। इकोनॉमी ਦੇ ਵਿੱਚ ਕਹਿੰਦੇ ਆ ਹੁਣ ਇਹਨਾਂ ਲਈ ਤਾਂ ਬੜਾ ਸੌਖਾ ਹੈ ਕਿ ਰੋਟੀਆਂ, ਅੰਨ ਪਾਣੀ ਸਾਰਾ ਕੁਝ ਇਹਨਾਂ ਦਾ ਕਿਸੇ ਨੇ ਕਰਨਾ ਤੇ ਘਰੇ ਬਹਿ ਜਾਣਗੇ।
ਜਿਹਨੇ ਜੇ ਰੋਜ਼ ਕਮਾਉਣਾ ਰੋਜ਼ ਖਾਣਾ ਉਹਨੂੰ ਘਰੇ ਕਿਵੇਂ ਬਿਠਾਲ ਦੇਣਗੇ? Exactly. ਫੈਕਟਰੀਆਂ ਵੀ ਬੰਦ ਕਰ ਦੇਣਗੇ, ਹੋਟਲ ਬੰਦ ਹੋ ਗਏ। 17 ਲੱਖ ਟੂਰਿਸਟ ਆਉਣਾ ਸੀਗਾ ਇਸ ਮਹੀਨੇ ਦਾ, ਉਹ ਬੰਦ ਕਰ ਦਿੱਤਾ। ਚਲੋ ਸਿਨੇਮੇ ਬੰਦ ਕਰ ਦਿਓ, ਕੋਈ ਸਿਨੇਮਾ ਨਹੀਂ ਵੇਖੂਗਾ ਤੇ ਭੁੱਖਾ ਨਹੀਂ ਮਰਦਾ, ਪਰ ਉਹ 'ਚ ਜਿਹੜੇ ਕੰਮ ਕਰਦੇ ਉਹਦਾ ਕੀ ਬਣੂਗਾ? ਇੰਡਸਟਰੀ ਸਾਰੀ ਦੀ ਸਾਰੀ ਸਟੈਂਡ ਸਟਿਲ ਹੋ ਜੂਗੀ, ਲੱਖਾਂ ਲੋਕ। ਪਰ ਮਨਜੀਤ ਜੀ ਫਿਰ ਇਸ ਦਾ ਹੱਲ ਕੀ ਹੈ? ਦੇਖੋ ਨਹੀਂ ਬੰਦ ਨਹੀਂ ਕਰਨਗੇ ਤਾਂ ਫਿਰ ਹੱਲ ਕੀ ਹੈ? ਤੁਹਾਨੂੰ ਪਤਾ ਹੀ ਹੈ ਜਿੰਨੀ ਜਨਸੰਖਿਆ ਆਪਣੇ ਮੁਲਕ ਦੀ ਹੈ, ਚੀਨ ਤੋਂ ਬਾਅਦ ਆਪਣਾ ਹੀ ਨੰਬਰ ਆਂਦਾ, ਤੇ ਜੇ ਇੱਥੇ ਆਊਟ ਆਫ ਕੰਟਰੋਲ ਹੋ ਗਈ ਤਾਂ ਆਪਾਂ ਨਿਪਟਾਂਗੇ ਕਿਵੇਂ? ਤੁਹਾਨੂੰ ਲੱਗਦਾ ਤਿਆਰੀਆਂ ਹੈਗੀਆਂ ਨਹੀਂ ਇਹਨਾਂ ਕੋਲੋਂ? ਨਹੀਂ ਬਿਲਕੁਲ ਇਹਨਾਂ ਦਾ ਭਾਂਡਾ ਉਦੋਂ ਹੀ ਫੁੱਟੂਗਾ ਨਾ, ਇਹਨਾਂ ਨੂੰ ਪਤਾ ਉਦੋਂ ਲੱਗੂਗਾ ਕਿ ਕਿਵੇਂ ਸਾਨੂੰ ਲਗਾਤਾਰ ਆਪਣੇ ਲੋਕਾਂ ਨੂੰ ਐਜੂਕੇਟ ਕਰਨਾ ਚਾਹੀਦਾ ਸੀਗਾ, ਲਗਾਤਾਰ ਲੋਕਾਂ ਨੂੰ ਇੱਕ ਉਹਨਾਂ ਨੂੰ ਬੇਸਿਕ ਸੈਂਸ ਆਫ ਹਾਈਜੀਨ ਜਿਹੜੀ ਲੋਕਾਂ 'ਚ ਹੋਣੀ ਚਾਹੀਦੀ। ਜਿਹੜੇ ਹਜ਼ਾਰਾਂ ਲੋਕ ਜਿਹੜੇ ਜਾ ਕੇ ਪੁਲਾਂ ਦੇ ਥੱਲੇ ਸੜਕਾਂ ਦੇ ਉੱਤੇ ਸੌਂਦੇ ਆ, ਉਹਨਾਂ ਨੂੰ ਕਹੋਗੇ ਕਿ ਤੂੰ ਪਰਾਂ 1 ਮੀਟਰ ਤੇ ਹੋ ਕੇ ਖੰਘ ਜਾਂ ਛਿੱਕ ਮਾਰ, ਉਹਨੂੰ ਕੀ ਪਤਾ ਇਹ ਕੀ ਗੱਲਾਂ ਹੁੰਦੀਆਂ? ਮੈਨੂੰ ਇਹ ਪਤਾ ਜਦੋਂ ਏਡਜ਼ ਫੈਲੀ ਉਹਦਾ ਬੜਾ ਭਿਆਨਕ ਇਸ ਤਰ੍ਹਾਂ ਪ੍ਰਚਾਰ ਹੋਇਆ ਸੀ ਕਿ ਏਡਜ਼ ਦੇ ਨਾਲ ਬੰਦਾ ਮਰ ਜਾਂਦਾ, ਕਦੀ ਉਹ ਠੀਕ ਨਹੀਂ ਹੋ ਸਕਦੀ, ਜੇ ਉਹ ਸਾਰਾ ਹੋਇਆ। ਔਰ ਜਦੋਂ ਲੋਕ ਜਾ ਕੇ ਜਿਹੜੇ ਬ੍ਰਥਲਸ ਦੇ ਵਿੱਚ ਗਏ, ਉੱਥੇ ਜਿਹੜੀਆਂ ਰੈਗੂਲਰ ਜਿਹੜੇ ਹੈਲਥ ਵਰਕਰ ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਏਡਜ਼ ਜਾਂ ਤੁਸੀਂ ਤੁਹਾਨੂੰ ਕੰਡੋਮ ਵਗੈਰਾ ਵਰਤਣੇ ਚਾਹੀਦੇ ਆ ਤੁਹਾਡੀ ਹੈਲਥ ਦਾ, ਉਹ ਕਹਿੰਦੀਆਂ ਕਿਹੜੀ ਏਡੀ ਉੱਡੀ ਹੁੰਦੀ ਆ। ਮੈਂ ਇਹ ਆਪ ਟਾਈਮਜ਼ ਆਫ ਇੰਡੀਆ 'ਚ ਉਹਨਾਂ ਦਿਨਾਂ 'ਚ ਖਬਰ ਪੜ੍ਹੀ, ਕਿਉਂਕਿ ਲੋਕਾਂ ਨੂੰ ਤੁਸੀਂ ਉਸ ਕਾਬਿਲ ਹੀ ਨਹੀਂ ਬਣਾਇਆ ਕਿ ਉਹ ਖੁਦ ਆਪਣੇ ਆਪ ਨੂੰ ਮੈਨੇਜ ਕਰ ਸਕਣ। ਹੁਣ ਤੁਸੀਂ ਉਹਨਾਂ ਨੂੰ ਜਾ ਕੇ ਘਰੋਂ ਘਰੀ ਬੰਦ ਕਰਨਾ ਚਾਹੁੰਦੇ ਆ, ਰੋਟੀ ਦੇਵੋਗੇ, ਜਾ ਕੇ ਘਰੋਂ ਘਰੀ ਰੋਟੀ ਪਹੁੰਚਾਓ ਨਾ ਉਹਨਾਂ ਨੂੰ ਨਾਲੋਂ ਨਾਲ, ਉਹ ਠੀਕ ਆ ਘਰੇ ਬਹਿ ਜਾਣਗੇ ਜਾ ਕੇ। ਇਹ ਐਵੇਂ ਲੋਕਾਂ ਦੇ ਨਾਲ ਹਰ ਤਰੀਕੇ ਨਾਲ ਧੱਕਾ ਆ। ਇੱਕੋ ਗੱਲ ਕਿ ਸਭ ਤੋਂ ਜ਼ਿਆਦਾ ਡਰ ਫੈਲਾਇਆ ਜਾ ਰਿਹਾ ਫਰਮਾਂ ਕੰਪਨੀਆਂ ਦੇ ਫਾਇਦੇ ਕਰਨ ਲਈ, ਔਰ ਦੂਸਰਾ ਇਹ ਠੀਕ ਹੈ ਜੈਨੂਇਨ ਪ੍ਰੋਬਲਮ ਹੈਗੀ ਆ। ਅੱਜ ਦੇਸ਼ ਦੇ ਅੰਦਰ 1.5 ਲੱਖ ਲੋਕ ਹਰ ਰੋਜ਼ ਐਕਸੀਡੈਂਟਾਂ 'ਚ, ਰੋਡ ਐਕਸੀਡੈਂਟਾਂ 'ਚ ਮਰ ਜਾਂਦੇ ਆ ਹਰ ਸਾਲ। ਹਰ ਸਾਲ 1.5 ਲੱਖ ਲੋਕ ਮਰਦੇ ਆ। ਮੈਲ ਨਿਊਟ੍ਰੀਸ਼ਨ ਨਾਲ 45% ਬੱਚੇ ਮਰ ਜਾਂਦੇ ਆ, ਲੱਖਾਂ ਦੀ ਗਿਣਤੀ 'ਚ। ਕਦੀ ਕੋਈ ਐਡੀ ਗੱਲ ਨਹੀਂ ਕਰਦੇ। 4000 ਲੋਕ ਕਰੋਨਾ ਵਾਇਰਸ ਨਾਲ ਮਰੇ ਆ ਤੇ ਸਾਰਾ ਜਹਾਨ ਸਿਰ ਤੇ ਚੁੱਕਿਆ। ਮੈਂ ਨਹੀਂ ਕਹਿੰਦਾ ਇਹਦੀ ਭਿਆਨਕਤਾ ਕੰਮ ਆ, ਇਹ ਹੈਗੀ ਆ, ਕਿਉਂਕਿ ਹੁਣ ਟਰੂਡੋ ਦੀ ਵਾਈਫ ਨੂੰ ਹੋ ਗਈ, ਕੱਲ ਨੂੰ ਟਰੰਪ ਦੀ ਵਾਈਫ ਨੂੰ ਹੋ ਸਕਦੀ ਆ। ਇਹਨਾਂ ਐਲੀਟ ਨੂੰ ਜਿਨ੍ਹਾਂ ਨੇ ਸਾਰੇ ਸਿਸਟਮ ਨੂੰ ਤਬਾਹ ਕੀਤਾ, ਹੁਣ ਉਹਨਾਂ ਨੂੰ ਸੇਕ ਲੱਗਦਾ ਤੇ ਸਾਰੇ ਕਹਿੰਦੇ ਸਾਡੇ ਵਾਂਗੂ ਤੁਸੀਂ ਹੁਣ ਡਰ ਤੇ ਭੈ ਪੈਦਾ ਕਰੋ। ਇਸ ਤਰ੍ਹਾਂ ਨਹੀਂ ਹੁੰਦਾ ਹੈ। ਤੁਹਾਨੂੰ ਸੁਸਾਇਟੀ ਨੂੰ ਸਾਂਭਣਾ ਲਗਾਤਾਰ ਚਾਹੀਦਾ। ਹੈਲਥ ਔਰ ਐਜੂਕੇਸ਼ਨ ਦਾ ਬਜਟ ਵਧਾਉਣੇ ਚਾਹੀਦੇ ਸੀ, ਕਦੀ ਨਹੀਂ ਕੀਤਾ। ਤੇ ਹੁਣ ਉਹਨਾਂ ਤੋਂ ਉਮੀਦ ਕਰਦੇ ਲੋਕਾਂ ਤੋਂ ਜਿਨ੍ਹਾਂ ਨੂੰ ਜੀਵਨ ਨਹੀਂ ਦਿੱਤਾ ਕਿ ਹੁਣ ਮਿਡਲ ਕਲਾਸ ਵਾਂਗੂ ਬਿਹੇਵ ਕਰਨ। ਹੁਣ ਇਹਨਾਂ ਦੀਆਂ ਗੱਲਾਂ ਸੁਣਨ, ਹੁਣ 8 ਪੁਆਇੰਟ ਹੋਣੇ, ਹੁਣ 10 ਪੁਆਇੰਟ, ਹੁਣ ਫਿਰ ਉਹਨਾਂ ਨੂੰ ਹੋਰ ਧੱਕਾ ਲਾਉਣ ਵਾਲੀ ਗੱਲ ਹੈਗੀ। ਐਗਜ਼ੈਕਟਲੀ। ਡਾਕਟਰ ਸਾਹਿਬ ਇੱਕ ਪੁਆਇੰਟ ਇਹ ਦੱਸੋ, ਤੁਸੀਂ ਹੁਣੇ ਕਹਿ ਰਹੇ ਸੀਗੇ ਕਿ ਹੱਥ ਵਾਰ-ਵਾਰ ਧੋਣੇ ਚਾਹੀਦੇ ਆ, ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਚਾਹੀਦਾ। ਸੈਨੀਟਾਈਜ਼ਰ ਨਹੀਂ ਹੈ ਤਾਂ ਘਰੇਲੂ ਸੈਨੀਟਾਈਜ਼ਰ ਬਣਾ ਲਓ, ਮਾਸਕ ਪਾਉਣਾ ਚਾਹੀਦਾ, ਠੀਕ ਹੈ, ਮੰਨ ਗਏ ਸਾਰੀ ਗੱਲ। ਇਹ ਕਿੰਨੀ ਕੁ ਵਾਰ ਲੋਕ ਹੱਥ ਧੋਣਗੇ? ਕਿਵੇਂ ਧੋਣਗੇ? ਤੁਸੀਂ ਕਿਹਾ ਡ੍ਰੌਪਲੈਟ ਇਨਫੈਕਸ਼ਨ ਹੁੰਦਾ, ਕਹਿਣ ਦਾ ਭਾਵ ਹੈ ਜੋ ਸਾਡੀ ਥੁੱਕ ਨਿਕਲਦੀ ਹੈ, ਛਿੱਕ ਮਾਰਦੇ ਆ ਜਿਹੜੀ, ਉਹ ਛਿੱਕਾਂ ਦੇ ਰਾਹੀਂ ਜਿਹੜੀ ਥੁੱਕ ਗਿਰਦੀ ਹੈ ਕਿਤੇ, ਉਹ ਇਨਫੈਕਸ਼ਨ ਹੁੰਦਾ। ਕਿਸ ਨੇ ਕਿੱਥੇ ਗਿਰੀ ਹੋਈ ਹੈ, ਕਿਹੜੀ ਥਾਂ ਤੇ ਇਨਫੈਕਸ਼ਨ ਹੈ। ਬੰਦਾ 1000 ਜਗ੍ਹਾ ਤੇ ਦਿਨ ਤੋਂ ਜਦੋਂ ਬਾਹਰ ਨਿਕਲਦਾ, ਦਰਵਾਜ਼ਾ ਖੋਲਦਾ, ਹੱਥ ਲਾਉਂਦਾ, ਗੱਡੀ ਦਾ ਦਰਵਾਜ਼ਾ ਖੋਲਦਾ, ਘਰਾਂ ਨੂੰ ਹੱਥ ਲਗਾਉਂਦਾ, ਬੂਹੇ 'ਚ ਹੱਥ ਲਗਾਉਂਦਾ, ਟੇਬਲ ਜੇ ਤੁਸੀਂ ਬੈਠੇ ਹੋ ਹੱਥ ਲਗਾਇਆ, ਕਿੰਨੀ ਜਗ੍ਹਾ ਦੇ ਉੱਪਰ ਹੱਥ ਲਗਾਓਗੇ ਤੇ ਕਿੰਨੀ ਵਾਰ ਧੋਵੋਗੇ? ਮਤਲਬ ਕਿ ਕੀ ਇਹ ਪ੍ਰੀਕਾਸ਼ਨ ਹੈ? ਮਤਲਬ ਕਿਸ ਤਰੀਕੇ ਨਾਲ ਲੋਕਾਂ ਨੂੰ ਆਪਾਂ ਉਸ ਤਰੀਕੇ ਨਾਲ ਸਮਝਾ ਸਕੀਏ ਜਿਹੜੀ ਪ੍ਰੈਕਟੀਕਲ ਗੱਲ ਹੈ। 1 ਮੀਟਰ ਦਾ ਫਾਸਲਾ ਰੱਖੋ। ਭਾਰਤ ਵਰਗੇ ਮੁਲਕ ਦੇ ਵਿੱਚ 1 ਮੀਟਰ ਦਾ ਫਾਸਲਾ ਕੀ ਪੋਸੀਬਲ ਹੈਗਾ ਤੁਹਾਨੂੰ ਲੱਗਦਾ? ਕੈਨੇਡਾ ਹੁੰਦਾ ਤਾਂ ਸਮਝ ਪੈ ਜਾਂਦੀ, ਦੂਰ ਤੱਕ ਬੰਦੇ ਦੀ ਵਸੋਂ ਦੀ ਹੈ ਨਹੀਂ। ਇੱਥੇ ਤੁਹਾਨੂੰ ਲੱਗਦਾ ਇਹ ਚੀਜ਼ਾਂ ਪੋਸੀਬਲ ਹੈਗੀਆਂ? ਕੀ ਐਡਵਾਈਜ਼ਰੀ ਜਾਰੀ ਕਰਨੀਆਂ ਜਿਹੜੀਆਂ ਹੁੰਦੀਆਂ ਦੈਟ ਇਜ਼ ਵਨ ਥਿੰਗ, ਪਰ ਪ੍ਰੈਕਟੀਕਲੀ ਜਿਹੜਾ ਕੰਮ ਹੋਣਾ ਉਹ ਅਦਰ ਚੀਜ਼ ਹੈ। देखो जिस तरह ये जो इशू है मेडिकल संबंधी, मैं उसे इशू तो गल करांगा। ਜਿਹੜਾ 1 ਫੁੱਟ ਦਾ ਫਾਸਲਾ ਹੈ ਉਹ ਜਿਹੜਾ ਸਸਪੈਕਟਡ ਮਰੀਜ਼ ਹੈ ਉਸ ਤੋਂ 1 ਫੁੱਟ ਦਾ ਫਾਸਲਾ ਹੈ। ਠੀਕ। ਸਾਨੂੰ ਭੀੜ ਦੇ ਵਿੱਚ ਕੁਝ ਨਹੀਂ ਪਤਾ ਕਿ ਕਿਹੜਾ ਬੰਦਾ ਇਨਫੈਕਟਡ ਹੋ ਸਕਦਾ ਹੈ, ਕਿਹੜਾ ਬੰਦਾ ਇਹੀ ਮੈਂ ਜਾਣਨਾ ਚਾਹ ਰਿਹਾ ਸੀਗਾ। ਠੀਕ ਹੈ, ਅਸੀਂ ਗੱਲ ਉਹਦੀ ਕਰ ਰਹੇ ਹਾਂ ਜਿਹੜਾ ਬੰਦਾ ਇਨਫੈਕਟਡ ਹੈ ਜਾਂ ਜਿਹਦੇ ਬਾਰੇ ਸਾਨੂੰ ਪਤਾ ਹੈ ਕਿ ਉਹਦੇ ਸਿੰਪਟਮ ਹੋ ਸਕਦੇ ਆ। ਪਰ ਡਾਕਟਰ ਸਾਹਿਬ ਸਵਾਲ ਦੂਸਰਾ ਜਿਹੜਾ ਹੈ ਸਾਡੀ ਭੀੜ ਬਹੁਤ ਵੱਡੀ ਹੁੰਦੀ ਹੈ। ਜਿਹੜੇ ਇਕੱਠ ਦੀ ਗੱਲ ਕਰਦੇ, ਇਕੱਠ ਸਾਡੇ ਪੰਜਾਬ ਦੇ ਵਿੱਚ, ਸਾਡੇ ਮੁਲਕ 'ਚ ਵੱਡੇ ਹੀ ਹੁੰਦੇ ਆ, ਤੇ ਹੂ ਨੋਜ਼ ਹਾਊ ਕਿ ਕਿਹੜਾ ਬੰਦਾ ਇਨਫੈਕਟਡ ਆ। ਕੋਈ ਮੱਥੇ ਤੇ ਲਾ ਕੇ ਤਾਂ ਘੁੰਮਣ ਤੁਰਿਆ ਕਿ ਮੈਂ ਇਨਫੈਕਟਡ ਆ ਜਾਂ ਮੈਂ ਸਮਝਦਾਰ ਹਾਂ, ਮੈਂ ਪਹਿਲੀ ਵਾਰ ਬਹਿ ਜਾਵਾਂ। ਇਸੇ ਵਾਸਤੇ ਦੇਖੋ ਲੋਕਾਂ ਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ। ਸਰਾਰ ਸਾਹਿਬ ਕਹਿ ਰਹੇ ਸੀਗੇ ਕਿ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ। ਇਹ ਗੱਲ ਨੂੰ ਮੈਂ ਬਿਲਕੁਲ ਰਿਅਲਾਈਜ਼ ਕਰਦਾ। ਲੋਕ ਕੀ ਕਰਦੇ ਆ, ਸੜਕ 'ਤੇ ਜਾਂਦੇ ਤੇ ਥੁੱਕੀ ਜਾਂਦੇ ਆ। ਠੀਕ ਹੈ ਨਾ, ਇਹ ਸਾਡੀ ਆਦਤ ਬਣ ਚੁੱਕੀ ਹੈ। ਇਹਨਾਂ ਦੀ ਡਰਾਈਵਰ ਹੈ, ਗੱਡੀ ਚਲਾ ਰਿਹਾ ਹੈ, ਮੂੰਹ ਬਾਹਰ ਕੱਢਦਾ ਹੈ, ਥੁੱਕ ਦਿੰਦਾ ਹੈ। ਲੇਬਰ ਕਲਾਸ ਹੈ, ਜਾਂਦੇ ਥੁੱਕੀ ਜਾਂਦੀ ਹੈ। ਠੀਕ ਹੈ,
ਇਹ ਗੱਲ ਸਹੀ ਹੈ ਕਿ ਲੋਕਾਂ ਨੂੰ ਐਜੂਕੇਟ ਕਰਨਾ ਪਹਿਲੇ ਤੋਂ ਹੀ ਬਹੁਤ ਜ਼ਰੂਰੀ ਹੈ ਔਰ ਅਸੀਂ ਤਕਰੀਬਨ ਡਿਪਾਰਟਮੈਂਟ ਕਰਦਾ ਰਹਿੰਦਾ ਹੈ, ਇਹ ਗੱਲ ਨਹੀਂ ਕਿ ਨਹੀਂ ਕਰਦਾ ਰਹਿੰਦਾ। ਜੋ ਸਵਾਈਨ ਫਲੂ ਆਇਆ ਸੀਗਾ ਉਦੋਂ ਵੀ ਅਸੀਂ ਇਸ ਗੱਲ ਤੇ ਕਾਫੀ ਸਟੈਪ ਲੈਣ ਦੀ ਕੋਸ਼ਿਸ਼ ਕੀਤੀ ਸੀ ਔਰ ਕੀਤੇ ਗਏ ਸਨ ਔਰ ਕੰਟਰੋਲ ਕਰ ਲਿਆ ਸੀਗਾ। ਠੀਕ ਹੈ ਨਾ। ਬਾਕੀ ਅਸੀਂ ਇਹ ਕਹਿੰਦੇ ਹਾਂ ਕਿ ਇਸੇ ਵਾਸਤੇ ਜਿਹੜੀਆਂ ਹੁਣ ਜਿਹੜੀਆਂ ਬਿਗ ਗੈਦਰਿੰਗਸ ਹੈ, ਤੁਸੀਂ ਦੇਖੋ ਮੈਚ ਪੋਸਟਪੋਨ ਕਰਤੇ ਜਾਂ ਮੰਨ ਲਓ 에ਅਰਪਲੇਨਸ ਪੋਸਟਪੋਨ ਕਰਤੇ। ਜਿਵੇਂ ਹੁਣ ਜੇ ਬੰਦਾ ਇੱਕ ਹਵਾਈ ਜਹਾਜ਼ ਤੋਂ ਆ ਰਿਹਾ ਹੈ, ਇੱਕ ਬੰਦਾ ਪੋਜ਼ਿਟਿਵ ਆਉਂਦਾ ਹੈ, ਉਹਦਾ ਗਾਈਡਲਾਈਨਸ ਹੈ ਕਿ 3 ਸੀਟਾਂ ਅੱਗੇ 3 ਰੋਜ਼ ਮਤਲਬ 3 ਰੋਜ਼ ਅੱਗੇ 3 ਰੋਜ਼ ਪਿੱਛੇ ਜਿੰਨੇ ਬੰਦੇ ਬੈਠੇ ਆ ਸਾਰਿਆਂ ਨੂੰ ਮੈਡੀਕਲ ਮੁਆਇਨਾ ਕੀਤਾ ਜਾਏ। ਠੀਕ ਹੈ। ਸੋ ਇਹਨੂੰ ਕਹਿੰਦੇ ਆ ਕੰਟੈਕਟ ਟ੍ਰੇਸਿੰਗ, ਜਿਹੜਾ ਬੰਦਾ ਕੰਟੈਕਟ 'ਚ ਆਇਆ ਹੈ। ਸੋ ਮਤਲਬ ਇਹ ਕਹਿੰਦਾ ਜਿਹੜਾ ਆਪਾਂ ਡਿਸਟੈਂਸ ਬਣਾ ਕੇ ਰੱਖਣਾ ਹੈ ਉਹ ਆਪਾਂ ਇਨਫੈਕਟਡ ਪਰਸਨ ਤੋਂ ਰੱਖ ਰਹੇ ਹਾਂ, ਨਾ ਕਿ ਅਸੀਂ ਸੋਚੀਏ ਕਿ ਬਾਜ਼ਾਰ ਜਾਣਾ ਬੰਦ ਹੋ ਜਾਏਗਾ ਜਾਂ ਅਸੀਂ ਕਿਸੇ ਮਤਲਬ ਜਗ੍ਹਾ ਤੇ ਨਹੀਂ ਜਾਵਾਂਗੇ। ਉਹ ਤਾਂ ਜਿਹੜੀ ਲਾਈਫ ਹੈ ਉਹ ਚੱਲਦੀ ਰਹਿਣੀ ਹੈ। ਠੀਕ ਹੈ ਨਾ। ਲੇਕਿਨ ਮੈਡੀਕਲ ਪੁਆਇੰਟ ਆਫ ਵਿਊ ਨਾਲ ਕੁਝ ਚੀਜ਼ਾਂ ਦੀ ਪ੍ਰੀਕਾਸ਼ਨ ਰੱਖਣਾ ਜ਼ਰੂਰੀ ਹੁੰਦਾ ਹੈ। ਪ੍ਰੀਕਾਸ਼ਨਸ ਉਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਡਿਸਟੈਂਸ ਔਰ ਦੂਸਰਾ ਹੈ ਹੈਂਡ ਵਾਸ਼ਿੰਗ। ਓਕੇ। ਠੀਕ ਹੈ। ਹੈਂਡ ਵਾਸ਼ਿੰਗ ਨੂੰ ਮੈਂ ਇਸ ਮੇਜ਼ ਤੇ ਮੈਂ ਬੈਠਾ, ਮੈਂ ਵੀ ਹੱਥ ਲਾ ਰਿਹਾ, ਮੇਰਾ ਫਰਜ਼ ਕੀ ਬੰਦਾ ਹੈ, ਮੈਂ ਬਾਹਰ ਆਪਣਾ ਹੱਥ ਧੋ ਲਾ ਇਹਨੂੰ। ਠੀਕ ਹੈ। ਹਾਂਜੀ ਡਾਕਟਰ ਸਾਹਿਬ ਤੁਸੀਂ ਮੇਜ਼ ਤੇ ਹੱਥ ਲਾ ਕੇ ਬਾਹਰ ਹੱਥ ਧੋ ਹੱਥ ਧੋਵਾਂਗਾ ਤੇ ਵਾਇਰਸ ਜਿਹੜਾ ਹੈ ਉਹ ਡਾਕਟਰ ਸਾਹਿਬ ਮੈਨੂੰ ਨਾ ਥੋੜਾ ਲੋਕਾਂ ਨੂੰ ਬੜਾ ਕਲੀਅਰਲੀ ਸਮਝਾਉਣਾ। ਸਾਡੇ ਪਿੰਡ ਵਾਲੇ ਲੋਕ ਵੀ ਦੇਖ ਰਹੇ ਆ, ਆਪਾਂ ਇੱਥੋਂ ਨਾ ਸਟੈਪ ਬਾਈ ਸਟੈਪ ਚੱਲਾਂਗੇ। ਤੁਸੀਂ ਬੈਠੇ ਹੋ, ਮੇਜ਼ ਤੇ ਹੱਥ ਲਾਇਆ, ਹੁਣੇ ਬਾਹਰ ਜਾ ਕੇ ਹੱਥ ਧੋ ਲੋਗੇ, ਉਸ ਤੋਂ ਬਾਅਦ ਦਰਵਾਜ਼ਾ ਖੋਲੋਗੇ, ਉਹਨੂੰ ਹੱਥ ਲਗਾਓਗੇ, ਉਸ ਤੋਂ ਬਾਅਦ ਫਿਰ ਹੱਥ ਧੋ ਲੋਗੇ, ਫਿਰ ਥੱਲੇ ਜਾਓਗੇ, ਗੱਡੀ 'ਚ ਬੈਠੋਗੇ, ਉਹਨੂੰ ਪਕੜੋਗੇ ਹੈਂਡਲ ਨੂੰ, ਫਿਰ ਹੱਥ ਧੋ ਲੋਗੇ, ਘਰ ਪਹੁੰਚੋਗੇ ਤੁਸੀਂ ਫਿਰ ਹੱਥ ਧੋ ਲੋਗੇ। ਕਿੰਨੀ ਵਾਰ, ਹਾਊ ਮੈਨੀ ਟਾਈਮਸ? ਸਵਾਲ ਤਾਂ ਇਹ ਖੜਾ ਹੋ ਗਿਆ ਕਿੱਥੇ ਕਿੱਥੇ ਕਿੰਨੀ ਵਾਰ ਕਿਵੇਂ ਕਰੋਗੇ। ਰੀਟਾ ਜੀ ਹੁਣ ਇਹ ਸਵਾਲ ਇਹ ਖੜਾ ਹੋਇਆ ਕਿ ਵਾਸ਼ਿੰਗਟਨ ਦੇ ਗਵਰਨਰ ਨੇ 250 ਤੋਂ ਵੱਧ ਲੋਕਾਂ ਦੇ ਇਕੱਠ ਤੇ ਪਾਬੰਦੀ ਲਗਾਤੀ। ਇਜ਼ ਦਿਸ ਪੋਸੀਬਲ ਹੇਅਰ? ਆਪਣੇ ਮੁਲਕ 'ਚ ਪੋਸੀਬਲ ਹੈ? ਉਹਨਾਂ ਨੇ ਲਾਤੀ ਕਿ ਟਰੰਪ ਨੇ ਹੱਥ ਜੋੜਤੇ, ਟਰੂਡੋ ਦੀ ਵਾਈਫ ਨੂੰ ਹੋ ਗਿਆ, ਟਰੂਡੋ ਆਈਸੋਲੇਸ਼ਨ ਚਲੇ ਗਏ 14 ਦਿਨ ਦੇ ਲਈ, ਉਹਨਾਂ ਨੇ ਇਹਤਿਆਤਨ ਕਦਮ ਵਰਤੇ ਕਿ ਆਪਾਂ ਕਰ ਲਾਂਗੇ। ਦੇਖੋ ਰੀਟਾ ਜੀ ਦੇਖੋ ਹੁਣ ਇਹ ਸਾਡੇ ਵਾਸਤੇ ਵਰਚੁਅਲੀ ਇੰਪੋਸੀਬਲ ਹੈ। ਸਾਡੇ ਮੁਲਕ ਦੇ ਵਿੱਚ ਬੰਦੇ ਤੇ ਬੰਦਾ ਚੜਿਆ ਹੁੰਦਾ ਹੈ। ਅਸੀਂ ਹੁਣ ਹੋਲਾ ਮੁਹੱਲਾ ਕਰਕੇ ਹਟੇ ਹਾਂ, ਜਿੱਥੇ ਅਸੀਂ ਕਲੇਮ ਕਰਦੇ ਹਾਂ 2 ਲੱਖ ਬੰਦਾ ਸੀ, 3 ਲੱਖ ਬੰਦਾ ਸੀ। ਸੋ ਇੰਨੇ ਵੱਡੇ ਇਕੱਠ 'ਚ ਆਈ ਥਿੰਕ ਇਹ ਗੱਲ ਕਰਨੀ ਪ੍ਰੋਫੈਸਰ ਮਨਜੀਤ ਦੀ ਗੱਲ ਗਲਤ ਨਹੀਂ ਹੈ ਕਿ ਇਹ ਸਾਡੀਆਂ ਗੱਲਾਂ ਹੀ ਰਹਿ ਜਾਣੀਆਂ। ਐਂਡ ਆਈ ਥਿੰਕ ਐਕਚੁਅਲੀ ਅਸੀਂ ਬਹੁਤ ਲੇਟ ਹਾਂ। ਮੈਂ ਪਹਿਲਾਂ ਵੀ ਸ਼ੇਅਰ ਕੀਤਾ ਸੀ ਕਿ 15 ਦਿਨ ਪਹਿਲਾਂ 20 ਦਿਨ ਪਹਿਲਾਂ ਅਸੀਂ ਮੱਧ ਪ੍ਰਦੇਸ਼ ਗਏ ਸੀ। ਹਾਈਵੇ ਤੇ ਰੋਡ ਸਾਈਡਸ ਤੇ ਸਿਟੀਜ਼ ਦੇ ਵਿੱਚ ਵੱਡੇ ਵੱਡੇ ਹੋਰਡਿੰਗਸ ਲੱਗੇ ਹੋਏ ਸੀ, ਕੋਰੋਨਾ ਵਾਇਰਸ ਕੀ ਹੈ, ਡੂਜ਼ ਐਂਡ ਡੋਂਟਸ ਕੀ ਹੈ। ਸਾਡੀ ਪੰਜਾਬ ਸਰਕਾਰ ਹਲੇ ਤੱਕ ਸੁੱਤੀ ਪਈ ਸੀ। ਜਦੋਂ WHO ਨੇ ਇਹਨੂੰ ਪੈਂਡੇਮਿਕ ਡਿਕਲੇਅਰ ਕਰਤਾ, ਉਸ ਤੋਂ ਬਾਅਦ ਅਸੀਂ ਜਾਗੇ ਹਾਂ। ਗਵਰਨਮੈਂਟ ਆਫ ਇੰਡੀਆ ਨੇ ਆਪਣਾ ਕਰ ਲਿਆ। ਸਾਡੀ ਸਰਕਾਰੀ ਲੈਵਲ ਤੇ ਜੇ ਅਸੀਂ ਪੰਜਾਬ 'ਚ ਦੇਖੀਏ, ਸਾਡੀ ਸਰਕਾਰੀ ਲੈਵਲ ਤੇ ਪੰਜਾਬ ਸਰਕਾਰ ਨੇ ਆਪਣੇ ਲੋਕਾਂ ਵਾਸਤੇ ਕਿਤੇ ਕੁਝ ਵੀ ਨਹੀਂ ਕੀਤਾ। ਅਸੀਂ ਮਹਾਰਾਸ਼ਟਰ ਦੇ ਇੱਕ ਪਿੰਡ ਦੇ ਵਿੱਚ ਗਏ ਸੀ, ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਕਿਹਾ ਤੁਸੀਂ ਓਪਨ ਦੇ ਵਿੱਚ ਥੁੱਕੋ ਨਾ, ਤੇ ਲੋਕਾਂ ਨੇ ਆ ਕੇ ਪੁੱਛਿਆ ਅਸੀਂ ਕਿੱਥੇ ਥੁੱਕੀਏ, ਤੇ ਅਸੀਂ ਸਾਰੀ ਸਟਰੀਟ ਦੇ ਵਿੱਚ ਵਾਸ਼ ਬੇਸਿਨਸ ਲਗਾਏ ਤੇ ਉੱਪਰ ਲਿਖਿਆ ਥੂਕਣਾ ਯਹਾਂ ਹੈ। ਸਾਡੇ ਪੰਜਾਬ 'ਚ ਅਸੀਂ ਕੀ ਕਰ ਰਹੇ ਹਾਂ? ਪਾਣੀ ਤਾਂ ਲੋਕਾਂ ਨੂੰ ਮਿਲਦਾ ਨਹੀਂ, ਅਸੀਂ ਕਹਿੰਦੇ ਹਾਂ ਤੁਸੀਂ ਹੱਥ ਧੋ ਲਓ, ਅਸੀਂ ਕਹਿੰਦੇ ਹਾਂ ਸੈਨੀਟਾਈਜ਼ਰ ਯੂਜ਼ ਕਰੋ। ਦੂਸਰੀ ਗੱਲ, ਮੈਂ ਤਾਂ ਇੱਥੋਂ ਉੱਠ ਕੇ ਟੇਬਲ ਤੇ ਹੱਥ ਵੀ ਲਗਾਤਾ ਤੇ ਜਾ ਕੇ ਧੋ ਲਿਆ। ਜਿਹੜੀ ਇਨਫੈਕਸ਼ਨ ਮੈਂ ਟੇਬਲ ਤੇ ਛੱਡਤੀ, ਜਿਹੜਾ ਅਗਲਾ ਆਇਆ ਉਹਨੇ ਟੇਬਲ ਛੇੜਿਆ, ਅਸੀਂ ਉਹਨਾਂ ਨੂੰ ਕਿਵੇਂ ਐਜੂਕੇਟ ਕਰ ਰਹੇ ਹਾਂ? ਆਈ ਥਿੰਕ ਉਹ ਐਡਵਾਈਜ਼ਰੀ ਬਿਲਕੁਲ ਸਹੀ ਹੈ। ਤੁਹਾਨੂੰ ਵੀ ਸ਼ਾਇਦ ਆਪਣੇ ਚੈਨਲ ਤੇ ਦਿਖਾਣੀ ਚਾਹੀਦੀ ਹੈ। ਕਿਸੇ ਨੂੰ ਨੀਚ ਆਏ ਤੇ ਦਿਸ ਇਜ਼ ਦ ਬੈਸਟ ਵੇ, ਕਿਸੇ ਨੂੰ ਖਾਂਸੀ ਆਏ ਦਿਸ ਇਜ਼ ਦ ਬੈਸਟ ਵੇ। ਕੋਣੀ ਬੰਦ ਕਰਕੇ, ਹਾਂਜੀ ਕਹਿੰਦੇ ਫੈਬਰਿਕ ਤੇ ਉਹ ਵਾਇਰਸ ਮਰ ਜਾਏਗਾ ਓਵਰ ਅ ਪੀਰੀਅਡ ਆਫ ਟਾਈਮ। ਬਿਲਕੁਲ ਠੀਕ ਹੈ। ਐਗਜ਼ੈਕਟਲੀ, ਫੈਬਰਿਕ ਤੇ ਉਹ ਵਾਇਰਸ ਮਰੇਗਾ ਜੇ ਅਸੀਂ ਟੇਬਲ ਤੇ ਕਰਾਂਗੇ, ਹੱਥ ਤੇ ਕਰਾਂਗੇ। ਹੱਥ ਧੋਣਾ ਕੋਈ ਸਾਡੇ ਵਾਸਤੇ ਪ੍ਰੈਕਟੀਕਲ ਨਹੀਂ ਹੈ। ਸਾਨੂੰ ਉਹ ਸੋਲੂਸ਼ਨ ਸਿਖਾਣੇ ਚਾਹੀਦੇ ਜਿਹੜੇ ਸਾਡੇ ਇੱਥੇ ਵਾਇਬਲ ਹੋਣ। ਜੇ ਕੋਈ ਬਿਮਾਰ ਹੈ, ਬਾਕੀ ਸਾਰੇ ਰਿਸਪੌਂਸਿਬਿਲਿਟੀ ਲੈਣ, ਬਿਲਕੁਲ ਕਿ ਦੱਸਿਆ ਜਾਏ ਕਿ ਕਿਤੇ ਵੀ ਕਿਸੇ ਨੂੰ ਹੋਵੇ। ਹੁਣ ਜੇ ਮੈਂ ਕੋਰਟ ਦੀ ਗੱਲ ਕਰਾਂ, ਅਸੀਂ ਪਿਛਲੇ ਕਈ ਦਿਨਾਂ ਤੋਂ ਕਹਿ ਰਹੇ ਹਾਂ ਹਾਈ ਕੋਰਟ ਬੰਦ ਕਰਨੀ ਪਏਗੀ ਸਾਨੂੰ, ਕਿਉਂਕਿ ਸਾਡੇ ਕੋਲ ਇੰਨਾ ਜ਼ਿਆਦਾ ਫੁੱਟਫਾਲ ਹੈ। ਇੱਕ ਇਨਫੈਕਟਡ ਬੰਦਾ ਆ ਗਿਆ, ਸਾਰੇ ਇਨਫੈਕਟਡ ਹੋ ਜਾਣਗੇ। ਹੁਣ ਮੈਂ ਇਹ ਕਹਿ ਸਕਦੀ ਹਾਂ ਕਮ ਸੇ ਕਮ ਹਾਈ ਕੋਰਟ ਦੇ ਲੈਵਲ ਤੇ ਸਭ ਦੀ ਐਟਲੀਸਟ, ਜੇ ਹੋਰ ਕੁਝ ਨਹੀਂ, ਐਟਲੀਸਟ ਟੈਂਪਰੇਚਰ ਚੈੱਕ ਕਰਨ ਵਾਸਤੇ ਡਾਕਟਰਸ ਆ ਗਏ ਕਿ ਜੇ ਕਿਸੇ ਨੂੰ ਟੈਂਪਰੇਚਰ ਜ਼ਿਆਦਾ ਹੋਏਗਾ। ਬਟ ਇੰਨੀ ਪਬਲਿਕ ਗੈਦਰਿੰਗ, ਇੰਨਾ ਹੈਵੀ ਫੁੱਟਫਾਲ, ਅਸੀਂ ਤਾਂ ਆਪਣੇ ਇੱਥੇ ਵਾਲੇ ਸਿਨੇਮੇ ਨਹੀਂ ਸਾਰੇ ਬੰਦ ਕੀਤੇ। ਅਸੀਂ ਕੀ ਸੋਚ ਰਹੇ ਹਾਂ? ਆਈ ਥਿੰਕ ਸਾਡਾ ਇਹ ਪੋਲਿਟਿਸਾਈਜੇਸ਼ਨ ਜ਼ਿਆਦਾ ਹੁੰਦੀ ਹੈ। ਹਰ ਇੱਕ ਨੂੰ ਇਹ ਜ਼ਰੂਰ ਰਹਿੰਦਾ ਹੈ ਕਿ ਮੇਰਾ ਪੋਲੀਟੀਕਲ ਇਕੱਠ ਜ਼ਿਆਦਾ ਹੋਵੇ ਐਂਡ ਆਈ ਮਸਟ ਟੇਕ ਬਰਾਊਨੀ ਪੁਆਇੰਟਸ।
ਸਾਡੀ ਪ੍ਰੈਕਟੀਕਲ ਲੈਵਲ ਤੇ ਜਿਹੜੀ ਐਜੂਕੇਟਿੰਗ ਪਬਲਿਕ ਹੈ, Right. ਜਿਹੜੇ ਰੋਜ਼ ਦੀ ਐਕਚੁਅਲ ਐਡਵਾਈਜ਼ਰੀ ਡੇ ਟੂ ਡੇ ਲੋਕਾਂ ਦੇ ਜਿਹੜੀ ਉਹ ਚੀਜ਼ ਕਰ ਸਕਣ। ਲੈਟਸ ਨਾਟ ਗੋ ਬਾਈ ਚਾਈਨਾ ਨੇ ਜੋ ਕਿਹਾ, ਅਮਰੀਕਾ ਨੇ ਕਿਹਾ, ਸਾਡੇ ਇੰਡੀਆ 'ਚ ਹਰ ਉਹ ਚੀਜ਼ ਸ਼ਾਇਦ ਫਿਜ਼ੀਬਲ ਨਾ ਹੋਵੇ। ਸਾਨੂੰ ਆਪਣੇ ਕਰਾਊਡ ਨੂੰ, ਆਪਣੇ ਲੋਕਲ ਕੰਡੀਸ਼ਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਐਡਵਾਈਜ਼ਰੀਜ਼ ਇਸ਼ੂ ਕਰਨੀਆਂ ਪੈਣਗੀਆਂ, ਉਹ ਜ਼ਿਆਦਾ ਜ਼ਰੂਰੀ ਹੈ। ਐਗਜ਼ੈਕਟਲੀ। ਮਨਜੀਤ ਜੀ ਇਹ ਮੈਂ ਮੌਕ ਡਰਿਲ ਦੇ ਬਾਰੇ ਜਾਣ ਰਿਹਾ ਸੀਗਾ। ਸਾਡੇ ਪੰਜਾਬ 'ਚ ਇਹਨਾਂ ਦਿਨੀ ਮੌਕ ਡਰਿਲ ਹੋ ਰਹੀ ਹੈ, ਮਤਲਬ ਕਿ ਐਸੀ ਦਿਖਾਵੇ ਵਾਲੀ ਡਰਿਲ ਅਸੀਂ ਕੋਸ਼ਿਸ਼ ਕਰਦੇ ਹਾਂ ਜਿੰਦਾ ਆਪਣੀ ਤਿਆਰੀ ਦੇ ਬਾਰੇ ਜਾਣਦੇ ਹਾਂ, ਕਿਉਂਕਿ ਸਾਡੇ ਪੰਜਾਬੀਆਂ ਨੂੰ ਸਮਝ ਪੈ ਜੇ। ਮੈਂ ਤਾਂ ਕਹਿ ਰਿਹਾ ਮੌਕ ਡਰਿਲ ਅਜਿਹੀ ਡਰਿਲ ਹੁੰਦੀ ਜਿਹੜੀ ਸਰਕਾਰ ਕਰਦੀ ਹੈ, ਪ੍ਰਸ਼ਾਸਨਿਕ ਅਧਿਕਾਰੀ ਕਰਵਾਉਂਦੀ ਹੈ ਤੇ ਦੇਖਦੀ ਹੈ ਕਿ ਸਾਡੀ ਤਿਆਰੀ ਕਿੰਨੀ ਕੁ ਹੈਗੀ ਹੈ। ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਅਸੀਂ ਅਸੈਸ ਕਰ ਲਾਂਗੇ ਅਸੀਂ ਕਿੰਨੇ ਕੁ ਤਿਆਰ ਹੈਗੇ, ਇਹਦੇ ਨਾਲ ਹੋਏਗਾ ਕੀ? ਮੌਕ ਡਰਿਲ ਦਾ ਮਤਲਬ ਕੀ ਹੋਏਗਾ? ਦੇਖੋ ਚਲੋ ਹੁਣ ਇਹ ਸਾਰਾ ਕੁਝ ਕਰਨਗੇ, ਕਿਉਂਕਿ ਨਹੀਂ ਤੇ ਬਹੁਤ ਜ਼ਿਆਦਾ ਭਰਸਨਾ ਹੁੰਦੀ ਹੈ। ਅਸਲ 'ਚ ਸਾਡੀ ਤਿਆਰੀ ਕੋਈ ਹੈ ਨਹੀਂ, ਨਾ ਸਾਨੂੰ ਪਤਾ ਹੀ ਆ ਕਿਵੇਂ ਹੈਂਡਲ ਕਰਨਾ। ਇਹ ਬੜਾ ਸੌਖਾ ਕਹਿਣਾ ਆ। ਕੋਹਲੀ ਜੀ ਕਹਿ ਰਹੇ ਆ ਚਾਹੀਦਾ ਤੇ ਆਈਡੀ ਲਈ ਇੰਨਾ ਆ, ਸਿਆਣੇ ਬੰਦੇ ਆ ਜਿਹੜੇ 1-2% ਪੜ੍ਹੇ ਲਿਖੇ ਆ, ਵਕੀਲ ਆ, ਟੀਚਰ ਆ, ਉਹ ਆਪਣੇ ਆਪ ਨੂੰ ਥੋੜਾ ਚੇਂਜ ਕਰ ਲੈਣਗੇ। ਜਿਹੜਾ ਜਨਤਾ ਜਨਾਰਦਨ ਆ, ਜਿਹੜੀਆਂ ਕਲਚਰਲ ਐਟੀਟਿਊਡ ਤੇ ਉਹ ਬਣੇ ਹੁੰਦੇ ਆ, ਉਹ ਕਿਤੇ ਇੰਜ ਥੋੜੀ ਟੁੱਟ ਜਾਂਦੇ ਆ। ਵਾਰਿਸਾਂ ਨਾਲ ਤਾਂ ਜਾਂਦੀਆਂ ਹੀ, ਭਾਵੇਂ ਕੱਟਦੇ ਪੂਰੀਆਂ ਹੀ। ਜਿਹੜੀ ਆਦਤ ਬਣੀ ਆ ਇੱਥੇ, ਅਸੀਂ ਮੈਨੂੰ ਪਤਾ ਹੈ ਕਿ ਹੱਥ ਨਹੀਂ ਮਿਲਾਉਣਾ ਚਾਹੀਦਾ, ਜਿਹੜਾ ਆਉਂਦਾ ਅੱਗੇ ਹੱਥ ਕਰ ਦਿੰਦਾ। ਜੇ ਉਹਨਾਂ ਨੂੰ ਹੱਥ ਨਾ ਅੱਗੇ ਕਰੀਏ ਪਰਾਂ ਹੋ ਜੀ, ਉਹ ਕਹਿੰਦਾ ਯਾਰ ਇਹ ਬੰਦੇ ਚੰਗੇ ਆ, ਇਹਨਾਂ ਨੂੰ ਜ਼ਿਆਦਾ ਹੈਗੇ ਆ, ਕੀ ਸਮਝਦੇ ਆਪਣੇ ਆਪ ਨੂੰ। ਇਸ ਕਰਕੇ ਇਹ ਗੱਲਾਂ ਕਹਿਣੀਆਂ ਸੌਖੀਆਂ, ਉਸ ਨੂੰ ਪ੍ਰੈਕਟਿਸ ਦੇ ਵਿੱਚ ਆਮ ਜਨਤਾ ਤੱਕ ਜਿਹੜੀ ਮੈਂ ਕਹਿੰਦਾ ਜਿਹੜੇ ਪੜ੍ਹੇ ਲਿਖੇ ਆ ਉੱਪਰ ਵਾਲੇ, ਤੁਸੀਂ 10% ਲਾ ਲਓ ਟੋਟਲ, ਉਹ ਤੇ ਚਲੋ ਆਪਣੇ ਆਪ ਨੂੰ ਥੋੜਾ ਧਿਆਨ ਦੇ ਲੈਣਗੇ। ਜਿਹੜੀ ਪਿੰਡਾਂ 'ਚ ਹੋਰ ਗਲੀ ਮਹੱਲਿਆਂ 'ਚ ਜਿਹੜੇ ਵੱਡੇ ਸੈਕਸ਼ਨ ਨੂੰ ਅਸੀਂ ਜੀਵਨ ਹੀ ਨਹੀਂ ਦਿੱਤਾ, ਅਜੇ ਮਨੁੱਖੀ ਜੀਵਨ ਨਹੀਂ ਦਿੱਤਾ, ਫਿਰ ਅਸੀਂ ਮਨੁੱਖਾਂ ਵਾਲੇ ਉਹਨਾਂ ਤੋਂ ਬਿਹੇਵੀਅਰ ਦੀ ਉਮੀਦ ਕਰਦੇ ਹਾਂ। ਘੱਟੋ ਘੱਟ 25-30% ਮੈਂ ਇਹੋ ਜਿਹੇ ਲੋਕ ਹਿੰਦੁਸਤਾਨ 'ਚ, ਭਾਰਤ ਵਿੱਚ ਮੰਨਦਾ ਹਾਂ ਜਿਨ੍ਹਾਂ ਨੂੰ ਅਸੀਂ ਇੱਕ ਨਾਰਮਲ ਐਵਰੇਜ ਮਨੁੱਖਤਾ ਸਿਵਲਾਈਜ਼ ਜੀਵਨ ਨਹੀਂ ਦਿੱਤਾ। ਉਹ ਜੇ ਉਹਨਾਂ 'ਚ ਜੇ ਫੈਲੂਗਾ ਤੇ ਬੜੇ ਵੱਡੇ ਪੱਧਰ ਤੇ ਫੈਲੂਗਾ। ਇਸ ਕਰਕੇ ਇਹ ਜਿਹੜਾ ਹੁਣ ਆ ਵਾਰ ਫੁੱਟਿੰਗ ਤੇ ਕਰਨਾ ਤੇ ਚਾਹੀਦਾ, ਪਰ ਇਹਦਾ ਵੱਡਾ ਲੈਸਨ ਕੀ ਆ ਗਾਂ ਲਈ? ਇਹ ਪਹਿਲੀ ਵਾਰੀ ਨਹੀਂ ਹੋਇਆ, ਤੁਹਾਨੂੰ ਪਤਾ ਪਹਿਲਾਂ ਵੀ ਸਵਾਈਨ ਫਲੂ, ਹੋਰ ਕਈ ਕਿਸਮ ਦੇ ਵਾਇਰਸ, ਬਰਡ ਫਲੂ, ਇਹ ਉਹ ਚੱਲਦਾ ਰਹਿੰਦਾ ਕੁਛ ਨਾ ਕੁਛ। ਇਹ ਵੀ ਵਾਇਰਸ ਆਇਆ ਚਲੇ ਜਾਊਗਾ। ਜਿਵੇਂ ਬੁੱਧਾ ਨੇ ਕਿਹਾ ਸੀਗਾ ਕਿ ਈਵਨ ਦਿਸ ਵਿਲ ਗੋ, ਇਹ ਇੰਜ ਨਹੀਂ ਰਹੂਗਾ, ਨਿਕਲ ਜਾਊਗਾ। ਆ ਸਾਡੇ ਤੇ ਟੈਂਪਰੇਚਰ ਜਰਾ ਹਾਈ ਹੋਈ ਤੇ ਆਪਣੇ ਮਰ ਜਾਣਾ, ਉਹਦੇ ਵਿੱਚ ਟਿਕਦਾ ਨਹੀਂ ਆ 30 ਡਿਗਰੀ ਤੋਂ ਉੱਪਰ ਦੀ ਟੈਂਪਰੇਚਰ। ਹਾਲਾਂਕਿ ਥੋੜੀ ਜਿਹੀ ਅੱਜ ਇੱਕ ਨਵਾਂ ਰਿਵੀਜ਼ਨ ਵਾਰਨਿੰਗ ਆਈ ਹੈ ਕਿ ਨਹੀਂ, ਇਹ ਮਈ ਜੂਨ ਦੇ ਵਿੱਚ ਜ਼ਿਆਦਾ ਹੋਊਗਾ। ਔਰ ਉਹ ਕਿਹੜੇ ਇਕਵੇਟਰ ਦੇ ਨੇੜੇ ਦੇਸ਼ਾਂ 'ਚ ਹੋਊਗਾ ਜਾਂ ਦੂਜੇ ਦੇਸ਼ਾਂ 'ਚ ਹੋਊਗਾ, ਨਾਰਥ ਪੋਲ ਵੱਲ ਹੋਊਗਾ, ਕਿੱਧਰ ਹੋਊਗਾ, ਸਾਊਥ ਵੱਲ ਹੋਊਗਾ, ਇਹ ਸਾਰਾ ਦੇਖਣ ਵਾਲੀ ਗੱਲ ਆ। ਪਰ ਡਾਕਟਰਾਂ ਦੀ ਜਿਹੜੀ ਪਹਿਲੀ ਇਸ ਗੱਲ ਦੇ ਉੱਤੇ ਰਾਏ ਆਈ ਸੀ ਉਹ ਇਹ ਸੀ ਕਿ 30 ਡਿਗਰੀ ਤੋਂ ਉੱਪਰ ਟੈਂਪਰੇਚਰ 'ਚ ਇਹ ਵਾਇਰਸ ਬਹੁਤਾ ਬਚਦਾ ਨਹੀਂ। ਸਾਡੇ ਜਲਦੀ ਐਤਕੀ ਥੋੜਾ ਮੌਸਮ ਖਰਾਬ ਹੈ, 30 ਡਿਗਰੀ ਤੇ ਫੱਟ ਹੋ ਜਾਣਾ ਹੁਣੇ ਹੀ, ਹੋਰ 15 ਦਿਨਾਂ 'ਚ 30 ਡਿਗਰੀ ਤੋਂ ਉੱਪਰ ਚਲੇ ਜਾਣਾ। ਇਹਦਾ ਮਤਲਬ ਰੱਬ ਸਾਨੂੰ ਇੱਥੇ ਬਚਾ ਸਕਦਾ, ਤਾਂ ਕਿ ਪਾਪੂਲੇਸ਼ਨ ਇੱਥੇ ਸਾਡੀ ਜ਼ਿਆਦਾ ਆ, ਕਿਉਂਕਿ ਕੁਦਰਤੀ ਤੌਰ ਤੇ ਅਸੀਂ ਇਹਨਾਂ ਹਾਲਾਤਾਂ ਫਿਰ ਗੱਲ ਰੱਬ ਤੇ ਆ ਜਾਂਦੀ ਹੈ ਮਨਜੀਤ ਜੀ, ਫਿਰ ਗੱਲ ਰੱਬ ਤੇ ਆ ਜਾਂਦੀ ਹੈ, ਸਾਰਾ ਕੁਝ ਰੱਬ ਤੇ ਛੱਡਣਾ ਪੈਂਦਾ। ਪਰ ਫਿਰ ਗੱਲ ਰੱਬ ਤੇ ਆ ਜਾਂਦੀ ਹੈ, ਰੱਬ ਤੂੰ ਹੀ ਕਰ, ਅਸੀਂ ਤਾਂ ਕੁਝ ਕੀਤਾ ਨਹੀਂ। ਉਹ ਯਾਰ ਰੱਬ ਹੀ ਆ, ਮਤਲਬ ਨੇਚਰ ਕਹਿ ਲੋ ਜਾਂ ਰੱਬ ਕਹਿ ਲੋ। ਪਰ ਇਹਨਾਂ ਨੇ ਇਹ ਕਸਰ ਨਹੀਂ ਛੱਡਦੇ। ਸਾਡੇ ਪੋਲਿਟਿਕਸ, ਜਿਹੜੇ ਸਾਡੇ ਸਟੇਟ ਆ, ਜਿਹੜੇ ਪੋਲੀਟੀਸ਼ੀਅਨ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ, ਉਹਨਾਂ ਉਹ ਬਿਲਕੁਲ ਹੀ ਮਤਲਬ ਬੇਧਿਆਨਗੀ ਆ। ਔਰ ਮੈਂ ਇਹ ਕਹਿੰਦਾ ਕਿ ਇਹਦੇ ਤੋਂ ਇੱਕ ਗੱਲ ਸਿੱਖਣ ਵਾਲੀ ਆ, ਬਹੁਤ ਜ਼ਰੂਰੀ ਗੌਰਵ ਜੀ, ਕਿ ਘੱਟੋ ਘੱਟ ਆਉਣ ਵਾਲੇ ਬਜਟਾਂ ਦੇ ਵਿੱਚ ਹੈਲਥ ਦਾ ਘੱਟੋ ਘੱਟ ਦੁੱਗਣਾ ਬਜਟ ਕਰ ਦਿਓ। ਔਰ ਇਸੇ ਤਰੀਕੇ ਨਾਲ ਜਿਹੜਾ ਐਜੂਕੇਸ਼ਨ ਦਾ, ਦੋ ਗੱਲਾਂ ਦਾ ਜੇ ਦੁੱਗਣਾ ਬਜਟ ਕਰ ਦਿਓ, ਬਾਕੀ ਤੁਸੀਂ ਜੇ ਨੌਕਰੀਆਂ ਨਹੀਂ ਵੀ ਦੇਣੀਆਂ ਨਾ ਦਿਓ, ਆਪੇ ਲੋਕੀ ਨੌਕਰੀਆਂ ਲੱਭ। ਐਗਜ਼ੈਕਟਲੀ। ਡਾਕਟਰ ਸਾਹਿਬ ਜਿਹੜੀ ਹੈਲਥ ਐਡਵਾਈਜ਼ਰੀ ਜਾਰੀ ਹੋਈ ਹੈ, ਮੈਂ ਕੁਝ ਪੁਆਇੰਟ ਪੜ੍ਹ ਦਿੰਦਾ ਲੋਕਾਂ ਦੀ ਜਾਣਕਾਰੀ ਲਈ ਵੀ, ਤੇ ਤੁਸੀਂ ਲੈਬੋਰੇਟ ਕਰ ਦਿਓ, ਕਿਰਪਾ ਦੱਸ ਦਿਓ ਕਿ ਕੀ ਆਪਣੇ ਆਪ 'ਚ ਸਫੀਸ਼ੀਐਂਟ ਹੈਗੇ ਆ। 2200 ਕੁਆਰੰਟਾਈਨ ਬੈਡਸ ਆਰ ਰੈਡੀ ਥਰੂ ਆਊਟ ਦਾ ਸਟੇਟ, 250 ventilators are at the disposal in private sector hospitals and 20 each in government medical college in Amritsar and Patiala. Religious leaders and Dera heads appealed to postpone mass gatherings. All government departments and other stakeholders to launch joint consistent awareness drive to educate masses. ਇਹ ਆਪਣੇ ਆਪ 'ਚ ਕਾਫੀ ਜੀ 2200 ਜਿਹੜੇ ਇਹ ਬੈੱਡਸ ਹੈਗੇ ਆ ਤੇ 250 ਵੈਂਟੀਲੇਟਰਸ ਜਿਹੜੇ ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ। ਡੂ ਯੂ ਥਿੰਕ 2.5 ਕਰੋੜ ਦੀ ਆਬਾਦੀ ਹੈ ਮੈਨੂੰ ਲੱਗਦਾ ਆਪਣੇ ਪੰਜਾਬ ਦੀ, ਤੇ 2200 ਬੈੱਡ। ਇਹਦੇ ਬਾਰੇ ਦੱਸਾਂਗਾ। ਹਾਂ ਉਹੀ ਦੱਸੋ, ਮੈਂ ਤਾਂ ਹੀ ਜਾਣਨਾ ਚਾਹ ਰਿਹਾ, ਲੋਕਾਂ ਦੱਸ ਤਾਂ ਦਈਏ ਅਸੀਂ ਕਿੰਨੀ ਤਿਆਰੀ 3 ਕਰੋੜ ਆ। ਹਾਂ ਹਾਂਜੀ, ਇਸ ਤਰ੍ਹਾਂ ਹੈ ਕਿ ਜਿਹੜੇ ਗੱਲ ਹੈ ਆਈਸੋਲੇਸ਼ਨ ਬੈਡਸ ਦੀ ਜੀ, ਇਹ ਸਾਰੇ ਡਿਸਟ੍ਰਿਕਟ ਹਸਪਤਾਲਾਂ ਦੇ ਵਿੱਚ
ਸਾਰੇ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਵਿੱਚ ਬੈੱਡ ਆਇਡੈਂਟੀਫਾਈ ਕੀਤੇ ਜਾਂਦੇ ਹੈ ਕਿ ਇਹ ਬੈੱਡ ਜਿਹੜੇ ਹੈ ਮਿਨੀਮਮ 10 ਬੈੱਡ ਹਰੇਕ ਹਸਪਤਾਲ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਰੱਖੇ ਜਾਂਦੇ ਹੈ ਸੈਪਰੇਟ। ਠੀਕ ਹੈ। ਸੈਪਰੇਟ ਫਲੂ ਕਾਰਨਰ ਬਣਾਏ ਜਾਂਦੇ ਹੈ ਤਾਂ ਕਿ ਜਿੱਥੇ ਪੇਸ਼ੈਂਟ ਡਾਇਰੈਕਟ ਜਾ ਕੇ ਜੇ ਕਿਸੇ ਸਿੰਪਟਮਸ ਹੈ ਸਿੱਧਾ ਉੱਥੇ ਜਾਵੇ ਔਰ ਬਾਕੀ ਪੇਸ਼ੈਂਟ ਦੇ ਨਾਲ ਮਿਕਸ ਅਪ ਨਾ ਹੋਵੇ। ਦੇਖੋ ਆਪਾਂ ਜੋ ਵੀ ਤਰੀਕੇ ਕਰਦੇ ਆ ਤਰੀਕੇ ਅਪਣਾਏ ਜਾਂਦੇ ਆ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਠੀਕ ਹੈ। ਸੋ ਜਿੰਨੇ ਆਪਾਂ ਸਕਸੈਸਫੁਲ ਹੁੰਦੇ ਆ ਉਨੀ ਆਪਾਂ ਬਿਮਾਰੀ ਬਚਾ ਲੈਂਦੇ ਆ। ਠੀਕ। ਸੋ ਇਹ ਮੈਡੀਕਲ ਕਾਲਜ ਪਟਿਆਲਾ ਅੰਮ੍ਰਿਤਸਰ ਫਰੀਦਕੋਟ ਇਹ ਆਲਰੇਡੀ ਜਿਹੜੇ ਹੈ ਇਹਦੇ ਵਿੱਚ ਇਨਕਲੂਡ ਕੀਤੇ ਗਏ ਹੈ ਸਾਰੇ ਪ੍ਰੋਗਰਾਮਾਂ ਦੇ ਵਿੱਚ। ਹਾਂ। ਤੁਹਾਨੂੰ ਨੌਲੇਜ ਹੋਏਗੀ ਕਿ ਹੁਣ ਲੈਬੋਰਟਰੀ ਨੇ 3 ਗਵਰਨਮੈਂਟ ਨੇ ਸੈਂਕਸ਼ਨ ਕਰਤੀਆਂ ਹੈ ਆਪਣੇ ਬਿਲਕੁਲ। ਏਰੀਆ ਦੇ ਵਿੱਚ, ਹਾਂਜੀ, ਹਾਂਜੀ। ਅੰਮ੍ਰਿਤਸਰ ਪਟਿਆਲਾ ਤੇ ਪੀਜੀਆਈ ਚੰਡੀਗੜ੍ਹ, ਜਿੱਥੇ ਆਪਣਾ ਟੈਸਟ ਹੋ ਸਕਦਾ ਹੈ Right. ਹੋ ਸਕਦਾ ਹੈ ਇਮੀਡੀਏਟਲੀ। ਰਾਈਟ। ਪਹਿਲੇ ਸਾਨੂੰ ਸੈਂਪਲ ਭੇਜਣੇ ਪੈਂਦੇ ਸੀ ਜਾਂ ਏਮਸ ਦਿੱਲੀ ਜਾਂ ਪੁਣੇ NI ਵਿੱਚ ਜਾਂ NCDC ਆਪਣਾ ਦਿੱਲੀ। ਜੀ। ਹੁਣ ਆਪਣੇ ਤਿੰਨੋਂ ਲੈਬੋਰਟਰੀਆਂ ਨੇੜੇ ਹੋਣਗੀਆਂ, ਇਹਨਾਂ ਦੇ ਸੈਂਪਲ ਉਸੇ ਦਿਨ ਰਿਪੋਰਟ ਆ ਜਾਏਗੀ ਨੈਕਸਟ ਡੇ, ਔਰ ਉਸ ਤੋਂ ਬਾਅਦ ਜੇ ਕਨਫਰਮ ਕਰਨਾ ਹੈ ਦੁਬਾਰਾ ਤਾਂ ਸੈਂਪਲ ਜਿਹੜਾ ਹੈ ਪੁਣੇ ਦੀ ਲੈਬੋਰਟਰੀ ਵਿੱਚ ਜਾਏਗਾ। ਠੀਕ ਹੈ ਜੀ। ਇਹ ਤਾਂ ਇੱਕ ਚੀਜ਼ ਹੈ। ਰਾਈਟ। ਵੈਂਟੀਲੇਟਰ ਦੇ ਵਿੱਚ ਕਰਕੇ ਜਿਹੜਾ ਸਾਰੇ ਹਸਪਤਾਲਾਂ ਦੇ ਵਿੱਚ ਜਿਹੜੇ ਖਾਸ ਕਰ ਪ੍ਰਾਈਵੇਟ ਹਸਪਤਾਲਾਂ ਜਿੱਥੇ ਵੈਂਟੀਲੇਟਰ ਅਵੇਲੇਬਲ ਹੈ DMC CMC ਵਗੈਰਾ ਐਗਜ਼ਾਮਪਲ ਦੇ ਤੌਰ ਤੇ, ਰਾਈਟ। ਉਹਨਾਂ ਦੇ ਵਿੱਚ ਵੀ ਇੱਕ ਸੈਪਰੇਟ ਵੈਂਟੀਲੇਟਰਸ ਆਇਡੈਂਟੀਫਾਈ ਕੀਤੇ ਜਾਂਦੇ ਆ ਜਾਂ ਅਗਰ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਆਪਾਂ ਉਹਨੂੰ ਮਾਰਕ ਕੀਤਾ ਜਾਂਦਾ ਹੈ ਇਹ ਸਿਰਫ ਸਵਾਈਨ ਫਲੂ ਜਾਂ ਕਰੋਨਾ ਵਾਇਰਸ ਦੇ ਪੇਸ਼ੈਂਟਸ ਵਾਸਤੇ ਹੀ ਵਰਤੇ ਜਾਣਗੇ, ਦੂਸਰੇ ਪੇਸ਼ੈਂਟਸ ਵਾਸਤੇ ਨਹੀਂ ਵਰਤੇ ਜਾਣਗੇ। ਜਿਸ ਦੀ ਐਡਵਾਈਜ਼ਰੀ ਐਂਡ ਉਹ ਕੀਤਾ ਜਾਂਦਾ ਔਰ ਉਹਦੇ ਡਾਕਟਰ ਅਲੱਗ ਰੱਖੇ ਸਾਹਿਬ ਜਾਂਦੇ ਆ। ਡਾਕਟਰ ਸਾਹਿਬ ਇੱਕ ਚੀਜ਼ ਤੀਸਰਾ ਆ ਜਾਂਦਾ ਹੈ ਇੱਕ ਚੀਜ਼ ਮੈਂ ਵਿੱਚ ਤੁਹਾਨੂੰ ਥੋੜਾ ਰੋਕੂੰਗਾ, ਲੋਕਾਂ ਦੇ ਡਾਇਰੈਕਟ ਸਵਾਲ ਆ ਰਹੇ ਆ। ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਮਾਸਕ ਦੀ ਗੱਲ ਕਰਦੇ ਸੀਗੇ, ਤੁਸੀਂ ਨਾਲ ਕਹਿ ਰਹੇ ਹੋ ਕਿ ਡ੍ਰੌਪਲੇਟ ਇਨਫੈਕਸ਼ਨ ਹੈਗਾ। ਕੀ ਲੋਕਾਂ ਨੂੰ ਹੱਥ ਦੇ ਵਿੱਚ ਗਲਵਜ਼ ਵੀ ਪਾਣੇ ਚਾਹੀਦੇ ਆ ਫਿਰ ਤਾਂ, ਕਿਉਂਕਿ ਕੈਰੀਅਰਸ ਹੱਥ ਹੀ ਬਣਨਗੇ ਜ਼ਿਆਦਾਤਰ? ਕੀ ਗਲਵਜ਼ ਪਾਣੇ ਚਾਹੀਦੇ? ਹੁਣ ਤੱਕ ਮਾਸਕ ਕਰਦੇ ਸੀਗੇ, ਹੱਥ ਧੋਣ ਦੀ ਗੱਲ ਨਹੀਂ। ਕਰਦੇ ਹੋ, ਗਲਵਜ਼ ਕੀ ਦਾ ਸੋਲੂਸ਼ਨ ਹੈ? ਨਹੀਂ ਜਿਹੜੇ ਨਹੀਂ ਜੀ, ਰਬੜ ਗਲਵ ਜਿਹੜੇ ਹੈ ਕੋਈ ਸੋਲੂਸ਼ਨ ਨਹੀਂ ਹੈ। ਰਬੜ ਗਲਵ ਜਿਹੜੇ ਹੈ ਉਹ ਵਾਇਰਸ ਨੂੰ ਨਹੀਂ ਰੋਕਦੇ। ਜੇ ਗਲਵਸ ਪਾਏ ਹੋਣਗੇ, ਜੇ ਤੁਸੀਂ ਕਿਸੇ ਵੀ ਸਰਫੇਸ ਨੂੰ ਟੱਚ ਕਰਦੇ ਹੋ ਤਾਂ ਉਹ ਵਾਇਰਸ ਜਿਹੜਾ ਉਹਨੂੰ ਚਿਪਕ ਜਾਏਗਾ ਔਰ ਸਪਰੈਡ ਹੋਏਗਾ। ਇਸ ਵਾਸਤੇ ਗਲਵਸ ਪਾਣਾ ਕੋਈ ਸੋਲੂਸ਼ਨ ਨਹੀਂ ਹੈ। ਓਕੇ। ਮਾਸਕ ਇਹ ਹੈ ਕਿਉਂਕਿ ਜੇ ਆਪਾਂ ਜਿਹੜਾ ਵਾਇਰਸ ਅੱਛਾ ਮਾਸਕ ਦੇ ਵਿੱਚ ਵੀ ਲੋਕਾਂ ਦੇ ਦਿਮਾਗ 'ਚ ਹੈ ਕਿ N95 ਮਾਸਕ N95 ਮਾਸਕ ਸਿਰਫ ਡਾਕਟਰਸ ਜਾਂ ਸਟਾਫ ਵਾਸਤੇ ਹੁੰਦਾ ਹੈ ਜਿਹੜੇ ਪੇਸ਼ੈਂਟਸ ਨੂੰ ਅਟੈਂਡ ਕਰ ਰਹੇ ਹੈ। ਰਾਈਟ। ਆਮ ਬੰਦੇ ਨੂੰ ਉਹਦੀ N95 ਮਾਸਕ ਦੀ ਜ਼ਰੂਰਤ ਨਹੀਂ ਹੈ। ਸਿੰਪਲ ਮਾਸਕ ਵੀ ਯੂਜ਼ ਕੀਤਾ ਸਾਰਾ ਕੱਪੜੇ ਦਾ। ਈਵਨ ਤੁਹਾਡਾ ਟਿਸ਼ੂ ਪੇਪਰ ਜਿਹੜਾ ਹੈ ਸਭ ਤੋਂ ਵਧੀਆ ਮਾਸਕ ਹੈ। ਟਿਸ਼ੂ ਪੇਪਰ ਨਾਲ ਰੱਖ ਲਿਆ ਜਾਵੇ, ਉਹਨੂੰ ਡਿਸਪੋਜ਼ ਆਫ ਕਰਤਾ ਜਾਵੇ ਡਸਟਬਿਨ ਦੇ ਵਿੱਚ ਯੂਜ਼ ਕਰਨ ਤੋਂ ਬਾਅਦ। ਠੀਕ ਹੈ। ਲੇਡੀਜ਼ ਹੈ ਜੇ ਇੱਕਦਮ ਉਹਨਾਂ ਨੂੰ ਕੋਈ ਨਿੱਛ ਆਉਂਦੀ ਹੈ ਜਾਂ ਖਾਂਸੀ ਆਉਂਦੀ ਹੈ ਤੇ ਈਵਨ ਜੇ ਕੋਈ ਚੁੰਨੀ ਹੈ ਆਪਣੀ ਉਹਨੂੰ ਮੂੰਹ ਤੇ ਰੱਖ ਕੇ ਵੀ ਆਪਣਾ ਉਹਨੂੰ ਚੁੱਕਿਆ ਜਾ ਸਕਦਾ ਹੈ, ਉਹ ਕੱਪੜੇ ਨਾਲ ਵਾਸ਼ ਹੋ ਜਾਏਗਾ। ਠੀਕ ਹੈ। ਬਾਕੀ ਜਿਵੇਂ ਮੈਡਮ ਦੱਸ ਰਹੇ ਸੀ ਐਲਬੋ ਵਾਲਾ ਬਹੁਤ ਜ਼ਰੂਰੀ ਹੈ ਕਿ ਐਲਬੋ ਨਾਲ ਰੱਖਿਆ ਜਾਵੇ। ਸੋ ਜਿਹੜੇ ਗਲਵਜ਼ ਹੈ ਉਹ ਕੋਈ ਸੋਲੂਸ਼ਨ ਨਹੀਂ ਹੈ। ਰੀਟਾ ਜੀ ਇੱਕ ਸਵਾਲ ਕਿਉਂਕਿ ਤੁਸੀਂ ਸਮਾਜ ਸੇਵਾ ਵੀ ਕਰਦੇ ਹੋ, ਇਹ ਜਿਹੜੇ ਗਲਵਜ਼ ਦੀ ਹੁਣ ਗੱਲ ਆਪਾਂ ਕੀਤੀ, ਚਲੋ ਇਹ ਨਹੀਂ ਰੋਕ ਪਾਣਗੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਪਰ ਮਾਸਕ ਨੂੰ ਲੈ ਕੇ ਤਾਂ ਮਾਰਕੀਟ ਦੇ ਵਿੱਚ ਉਥਲ ਪੁਥਲ ਹੋਈ ਪਈ ਹੈ। 10-10 ਰੁਪਏ 12-12 ਰੁਪਏ ਵਾਲਾ ਜਿਹੜਾ ਮਾਸਕ ਸੀਗਾ ਅੱਜ 100 150 200 ਰੁਪਇਆ, ਮਤਲਬ ਕਿ ਉਸਦੀ ਬਲੈਕ ਮਾਰਕੀਟ ਹੋ ਰਹੀ ਹੈ ਇੰਨੀ ਜ਼ਿਆਦਾ। ਮਤਲਬ ਕਿ ਮਾਰਕੀਟ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬਾਕੀ ਆਸੇ-ਪਾਸੇ ਟਰਾਈ ਸਿਟੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਥੋੜ ਦਿਖਾਈ ਦੇ ਰਹੀ ਹੈ। ਅਜਿਹੇ ਵਿੱਚ ਫਿਰ ਹੁਣ ਆਪਾਂ ਅਗਰ ਮਾਸਕ ਨੂੰ ਕਹਿੰਦੇ ਵੀ ਹੈ ਕਿ ਇੱਕ ਆਪਸ਼ਨ ਹੈਗੀ ਹੈ ਡੂ ਹੈਵ ਅ ਮਾਸਕ ਵਿਦ ਯੂ, ਤਾਂ ਮਾਸਕ ਲੋਕ ਲੈਣਗੇ ਕਿਵੇਂ? 10 ਰੁਪਏ ਵਾਲੀ ਚੀਜ਼ 100-150 ਰੁਪਏ ਚ ਮਿਲ ਰਹੀ ਹੈ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਜੇ ਅਸੀਂ ਯਾਦ ਕਰੀਏ ਤੇ ਜਦੋਂ ਇਹ ਚਾਈਨਾ ਦੇ ਵਿੱਚ ਇਨੀਸ਼ੀਅਲੀ ਸਪਰੈਡ ਹੋਇਆ ਸੀ ਤੇ ਇੰਡੀਆ ਨੇ ਬਹੁਤ ਮੈਡੀਕਲ ਉਹਨਾਂ ਨੂੰ ਸਾਰੀ ਭੇਜੀ ਇਨਕਲੂਡਿੰਗ ਮਾਸਕ ਬੜੇ ਭੇਜੇ। ਅੱਜ ਸਾਡੀ ਹਾਲਤ ਇਹ ਹੈ ਕਿ ਸਾਡੇ ਕੋਲ ਆਪਣੀ ਜਨਤਾ ਵਾਸਤੇ ਮਾਸਕ ਨਹੀਂ ਹੈ। ਪਰ ਇਹਦੇ ਵਿੱਚ ਮੈਂ ਇਹ ਜ਼ਰੂਰ ਕਲੈਰੀਫਾਈ ਕਰਨਾ ਚਾਹਾਂਗੀ ਕਿ ਮਾਸਕ ਦੀ ਵੀ ਇੱਕ ਹੋੜ ਇਦਾਂ ਪੈ ਗਈ ਕਿ ਹਰ ਇੱਕ ਨੂੰ ਇਹ ਲੱਗ ਰਿਹਾ ਹੈ ਕਿ ਜੇ ਮੈਂ ਮਾਸਕ ਲਗਾ ਲਵਾਂਗਾ ਸ਼ਾਇਦ ਇਟਸ ਅ ਪ੍ਰੀਵੈਂਟਿਵ ਥਿੰਗ, ਇਟ ਵਿਲ ਪ੍ਰੋਟੈਕਟ ਮੀ। ਉਹਦੇ ਵਾਸਤੇ ਵੀ ਡਾਕਟਰ ਡਾਇਰੈਕਟਰ ਏਮਸ ਨੇ ਬਿਲਕੁਲ ਕਲੈਰੀਫਾਈ ਕੀਤਾ ਹੈ ਬੜੀ ਚੰਗੀ ਤਰ੍ਹਾਂ ਕਿ ਮਾਸਕ ਹਰ ਇੱਕ ਨੂੰ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਮੈਨੂੰ ਲੱਗਦਾ ਇਹ ਵੀ ਇੱਕ ਪੈਨਿਕ ਰਿਐਕਸ਼ਨ ਪਬਲਿਕ ਦਾ ਹੋ ਗਿਆ ਕਿ ਉਹਨਾਂ ਨੇ ਕਿਹਾ ਮਾਰਕੀਟ ਤੋਂ ਮੈਕਸਿਮਮ ਮਾਸਕ ਲੈ ਲਓ। ਪਹਿਲੀ ਗੱਲ ਲੋਕਾਂ ਨੇ ਚੁੱਕ ਲਏ, ਬਲੈਕ ਮਾਰਕੀਟਿੰਗ ਹੋ ਗਈ, ਫੇਕ ਮਾਸਕ ਆ ਗਏ ਤੇ ਅੱਜ ਪੇਪਰ ਦੇ ਵਿੱਚ ਇਹ ਵੀ ਸੀ ਕਿ ਯੂਜ਼ਡ ਮਾਸਕ ਨੂੰ ਵੀ ਅਸੀਂ ਸਾਫ਼ ਕਰਕੇ ਦੁਬਾਰਾ ਉਹਨਾਂ ਦੀ ਸੇਲ ਕਰ ਰਹੇ ਆ। ਸੋ ਆਈ ਥਿੰਕ ਉਹ ਜ਼ਿਆਦਾ ਡੇਂਜਰਸ ਹੈ। ਇਨਸਟੈਂਟ ਕਿ ਸਾਨੂੰ ਮਾਸਕ ਦੀ ਕੋਈ ਲੋੜ ਨਹੀਂ ਜਦ ਤੱਕ ਕਿ ਮੈਂ ਇਨਫੈਕਟਡ ਨਹੀਂ ਹਾਂ ਐਂਡ ਆਈ ਸ਼ੁਡ ਨਾਟ ਬੀ ਸਪਰੈਡਿੰਗ ਇਟ।
ਆਈ ਥਿੰਕ ਇਹ ਲੋਕਾਂ ਵਾਸਤੇ, ਆਮ ਪਬਲਿਕ ਵਾਸਤੇ, ਸਰਕਾਰ ਨੂੰ, ਤਾਈਓ ਮੈਂ ਕਿਹਾ ਸੀ ਸਰਕਾਰ ਨੂੰ ਇਸ ਵੇਲੇ ਡੇ ਟੂ ਡੇ ਪਹਿਲਾਂ ਤਾਂ ਸਾਡਾ ਡਿਜ਼ੀਜ਼ ਸਰਵੇਲੈਂਸ ਪ੍ਰੋਗਰਾਮ ਹੋਵੇ ਜਿਹਦੇ ਚ ਅਸੀਂ ਡੇ ਟੂ ਡੇ ਦੀਆਂ ਐਡਵਾਈਜ਼ਰੀਜ਼ ਦਈਏ ਕਿ ਇਹ ਕਰੋ ਤੇ ਇਹ ਨਾ ਕਰੋ। ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਕੋਜ਼ ਇਸ ਵੇਲੇ ਮਿਸ ਇਨਫॉर्मेशन एंड पैनिक बहुत ज्यादा हो गया है। पढ़े लिखे पैनिक क्रिएट करी जा रहे हैं, मिस इन्फॉर्मेशन इन्नी ज्यादा आ रही है कि लोगों ने होर्डिंग शुरू करती है। सो किते ना किते करेक्ट इन्फॉर्मेशन ते इस सरकार दी जिम्मेदारी बनती है। जे WHO ने इनू पेंडेमिक डिक्लेयर किया है, पेंडेमिक इज एपिडेमिक जड़ा कंट्रोल तो बाहर है, जड़ा वर्ल्ड वाइड हो गया है। सो साडी सरकार नू भी ओदा एक रिस्पॉन्सिबिलिटी लैके जड़ा मॉनिटरिंग सैल है वो 24/7 होना चाहिए है। टोल फ्री नंबर्स लोगों वास्ते अवेलेबल कराओ टू गेट इन्फॉर्मेशन। उन्होंने रोज थ्रू व्हाट्सएप पंजाब के हालात ते दसो की ज़्यादा कित्थे डेंजरस है कित्थे नहीं है। डूज एंड डोंट्स के मैसेजेस पाओ। मतलब सिर्फ इको चीज़ जेड़ा टेलीफोन ते भी हुण मैसेज है ਉਹ ਮੈਸੇਜ ਥੋੜੇ ਦਿਨ ਚੱਲ ਗਿਆ ਠੀਕ ਹੈ। ਡੂਜ਼ ਐਂਡ ਡੋਂਟਸ ਨੂੰ ਉਹਨਾਂ ਨੂੰ ਪਬਲਿਕ ਮੀਡੀਆ ਤੇ ਉਹਨਾਂ ਦੇ ਪੋਸਟਰਸ ਪਬਲਿਕ ਪਲੇਸਿਸ ਤੇ ਮੈਨੂੰ ਲੱਗਦਾ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਵੇਲੇ। ਐਂਡ ਜੇ ਇਹ ਉਹ ਆਪਣੇ ਉਹਦੇ ਵਿੱਚ ਹਟ ਜਾਣਗੇ ਤੇ ਲੋਕਾਂ ਦਾ ਕਸੂਰ ਨਹੀਂ ਹੋਏਗਾ ਕਿਉਂਕਿ ਹਾਲੇ ਵੀ ਸਾਡਾ ਬਹੁਤ ਵੱਡਾ ਤਬਕਾ ਹੈ ਜਿਹੜਾ ਟੈਲੀਵਿਜ਼ਨ ਨਹੀਂ ਦੇਖਦਾ, ਜਿਹੜਾ ਬਹੁਤ ਸਾਰੀਆਂ ਚੀਜ਼ਾਂ ਤੋਂ ਜਿਵੇਂ ਪ੍ਰੋਫੈਸਰ ਸਾਹਿਬ ਵੀ ਕਹਿ ਰਹੇ ਸੀ ਜਿਹੜਾ ਆਪਣੀ ਰੋਜ਼ ਦੀ ਰੋਟੀ ਰੋਜ਼ੀ ਕਮਾਉਣ ਦੇ ਵਿੱਚ ਲੱਗਿਆ ਹੋਇਆ ਹੈ ਉਹਨੂੰ ਕੋਈ ਪਤਾ ਨਹੀਂ ਲੱਗਦਾ ਕਿ ਕੋਰੋਨਾ ਕਿੱਥੇ ਹੈ ਕਿੰਨਾ ਡੇਂਜਰਸ ਹੈ। ਸੋ ਉਹਦੇ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਟੂ ਐਜੂਕੇਟ ਮਾਸਸ। ਬਹੁਤ ਵੱਡੀ ਜ਼ਿੰਮੇਵਾਰੀ ਹੋ ਜਾਂਦੀ। ਮਨਜੀਤ ਜੀ ਹੁਣ ਇੰਨਾ ਜ਼ਿਆਦਾ ਮਤਲਬ ਕਿ ਹੋ ਗਿਆ। ਮੈਂ ਇੱਕ ਛੋਟਾ ਜਿਹਾ ਪੁਆਇੰਟ ਡਾਕਟਰ ਸਾਹਿਬ ਕੋਲ ਲੈ ਕੇ ਤੁਹਾਡੇ ਕੋਲ ਆ ਰਿਹਾ। ਡਾਕਟਰ ਸਾਹਿਬ ਕਿਰਪਾ ਲੋਕਾਂ ਨੂੰ ਇਹ ਦੱਸ ਦਿਓ ਕਿਉਂਕਿ ਅਸੀਂ ਇਹ ਵੀ ਦੇਖਿਆ ਈਵਨ ਆਫਿਸਿਸ ਦੇ ਵਿੱਚ ਵੀ ਕੁਝ ਸਾਡੇ ਵੀ ਆਫਿਸਿਸ ਸੀ ਜਾਂ ਬਾਕੀ ਥਾਵਾਂ ਤੇ ਦੇਖਿਆ ਲੋਕ ਇਹ ਕਹਿ ਰਹੇ ਨੇ ਕਿ ਐਲੋਪੈਥੀ, ਹੋਮਿਓਪੈਥੀ, ਯੂਨਾਨੀ, ਆਯੁਰਵੈਦਿਕ ਇਹਨਾਂ ਦੇ ਵਿੱਚ ਸਾਡੇ ਇਲਾਜ ਪਹਿਲੇ ਹੀ ਰੱਖੇ ਹੋਏ ਆ। ਕੁਝ ਲੋਕ ਹੱਥਾਂ ਤੇ ਕਪੂਰ, ਇਲਾਇਚੀ, ਲੌਂਗ ਇਹ ਚੀਜ਼ਾਂ ਬਣ ਕੇ ਆ ਰਹੇ ਕਿ ਇਹ ਕੰਟਰੋਲ ਕਰ ਦੇਗਾ। ਮੈਂ ਦਿਸ ਇਜ਼ ਹਾਊ ਪੀਪਲ ਆਰ ਥਿੰਕਿੰਗ। ਮੈਂ ਕਿ ਸੋਚ ਉਸ ਤਰਫ ਡਾਇਵਰਟ ਹੋ ਗਈ ਹੈ। ਮਾਪਿਓ ਬੱਚਿਆਂ ਨੂੰ ਬੰਨ ਕੇ ਭੇਜ ਰਿਹਾ ਆ ਤੁਸੀਂ ਆਪਣੇ ਮੋਢੇ ਤੇ ਬੰਨ ਲਓ, ਇੱਥੇ ਲਾ ਲਓ, ਇਹਦੇ ਨਾਲ ਕੰਟਰੋਲ ਹੋ ਜਾਏਗਾ। ਗਰਮੀ ਲੱਗ ਗਈ ਤੁਸੀਂ ਆਪਣਾ ਪਿਆਜ਼ ਪਾ ਲਓ ਜੇਬ ਦੇ ਵਿੱਚ ਤਾਂ ਕੁਝ ਨਹੀਂ ਹੋਏਗਾ, ਲੂ ਨਹੀਂ ਲੱਗੂਗੀ। ਮਤਲਬ ਕਿ ਇਹ ਚੀਜ਼ਾਂ ਵੀ ਸ਼ੁਰੂ ਹੋ ਗਈਆਂ ਤੇ ਇਸ ਦੇ ਬਾਰੇ ਵੀ ਲੋਕਾਂ ਨੂੰ ਕਿਰਪਾ ਜਾਣਕਾਰੀ ਦੇ ਦਿਓ ਕਿ ਇਹਦੇ ਨਾਲ ਕੀ ਫਰਕ ਪਊਗਾ ਜਾਂ ਨਹੀਂ। ਇਸ ਪੁਆਇੰਟ ਤੇ ਆਉਣ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸਣਾ ਚਾਹਾਂਗਾ ਜਿਵੇਂ ਮੈਡਮ ਨੇ ਪੁਆਇੰਟ ਚੁੱਕਿਆ ਸੀਗਾ ਇੱਕ ਸਰਵੇਲੈਂਸ ਪ੍ਰੋਗਰਾਮ ਹੋਣਾ ਚਾਹੀਦਾ ਹੈ। ਰਾਈਟ। ਸਭ ਦੇ ਨੌਲੇਜ ਵਾਸਤੇ ਹੈ ਕਿ ਇੱਕ ਡਿਜ਼ੀਜ਼ ਸਰਵੇਲੈਂਸ ਪ੍ਰੋਗਰਾਮ ਸਟੇਟ ਦੇ ਵਿੱਚ ਚੱਲਦਾ ਹੈ ਔਰ ਸਾਰੀਆਂ ਸਟੇਟਾਂ ਵਿੱਚ ਚੱਲਦਾ ਹੈ। ਠੀਕ। ਇੱਕ ਪੇਸ਼ੈਂਟ ਦਾ ਜਿੱਥੇ ਵੀ ਸਸਪੈਕਟਡ ਹੁੰਦਾ ਹੈ ਪੂਰੇ ਸਟੇਟ ਦੇ ਵਿੱਚ ਉਹਦਾ ਰਿਕਾਰਡ ਕਦੋਂ ਪੇਸ਼ੈਂਟ ਆਇਆ, ਕੀ ਉਹਦੇ ਸਿੰਪਟਮ ਸੀਗੇ, ਕਿੱਥੇ ਉਹ ਟੈਸਟ ਹੋਇਆ, ਉਹਦੀ ਸ਼ਾਮ ਤੱਕ ਸਾਰੀ ਜਿਹੜੀ ਹੈ ਕੰਪਾਈਲੇਸ਼ਨ ਹੋ ਜਾਂਦੀ ਹੈ। ਗਵਰਨਮੈਂਟ ਆਫ ਇੰਡੀਆ ਤੱਕ ਉਹਦੀ ਫਿਗਰ ਜਾਂਦੀ ਹੈ ਔਰ ਉਸ ਪੇਸ਼ੈਂਟ ਨੂੰ ਇੱਕ ਪੋਜ਼ਿਟਿਵ ਪੇਸ਼ੈਂਟ ਆ ਜਾਏ ਤਾਂ ਉਹਦੇ ਸਾਰਾ ਫਾਲੋਅਪ ਕੀਤਾ ਜਾਂਦਾ ਹੈ। ਇੱਕ ਮਰੀਜ਼ ਦੇ ਪਿੱਛੇ 200-250 ਮਤਲਬ ਜਿਹੜੇ ਉਹਦੇ ਕੰਟੈਕਟ ਹੁੰਦੇ ਆ ਨਾ, ਕੰਟੈਕਟ ਟ੍ਰੇਸਿੰਗ, ਉਹਨਾਂ ਨੂੰ ਵੀ ਟ੍ਰੇਸ ਕਰਕੇ ਉਹਨਾਂ ਦੀ ਵੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਓਕੇ। ਦੂਸਰਾ ਪੁਆਇੰਟ ਇਹ ਸੀਗਾ ਕਿ ਨੌਲੇਜ ਵਾਸਤੇ ਇੱਕ ਪੰਜਾਬ ਗਵਰਨਮੈਂਟ ਵੱਲੋਂ ਸਟੇਟ ਵੱਲੋਂ ਮੈਸੇਜ ਜਾ ਰਹੇ ਹੈ ਅਵੇਅਰਨੈਸ ਦੇ। ਠੀਕ ਹੈ ਜੀ। WhatsApp ਤੇ ਉਹਦੇ ਡੂਜ਼ ਐਂਡ ਡਾਊਨਸ ਸਾਰੇ ਜਿਹੜੇ ਹੈ ਸਰਕੂਲੇਟ ਹੋ ਰਹੇ ਹੈ ਜਿਨ੍ਹਾਂ ਦੇ ਨੰਬਰ ਹੋ ਸਕਦਾ ਕਈਆਂ ਦੇ ਨੰਬਰ ਨਾ ਪਹੁੰਚਦਾ ਹੋਵੇ ਲੇਕਿਨ ਜਾ ਰਹੇ ਹੈ। ਠੀਕ ਹੈ। ਇੱਕ 104 ਨੰਬਰ ਹੈਲਪਲਾਈਨ ਨੰਬਰ 24x7 ਆਲਰਾਈਟ ਪੰਜਾਬ ਦਾ ਨੰਬਰ ਹੈ। ਇਸੇ ਤਰੀਕੇ ਨਾਲ ਬਾਕੀ ਸਟੇਟਾਂ ਦੇ ਵੀ ਨੰਬਰ ਹੈ। ਅੱਜ ਵੀ ਪੇਪਰ ਦੇ ਵਿੱਚ ਪਬਲਿਸ਼ ਹੋਏ ਹੈ। ਹਰੇਕ ਸਟੇਟ ਦੇ ਵਿੱਚ ਇੱਕ 24x7 ਹੈਲਪਲਾਈਨ ਨੰਬਰ ਬਣਿਆ ਹੈ। ਠੀਕ। ਕੋਈ ਵੀ ਕੁਐਸਚਨ ਕੋਈ ਵੀ ਪਬਲਿਕ ਦਾ ਬੰਦਾ ਇਸ ਨੰਬਰ ਤੇ ਡਾਇਲ ਕਰਕੇ ਟੋਲ ਫ੍ਰੀ ਨੰਬਰ ਤੇ ਇਹਦੇ ਬਾਰੇ ਕੋਈ ਆਪਣਾ ਕੁਐਸਚਨ ਕੋਈ ਡਾਕਟਰ ਸਾਹਿਬ ਤੁਸੀਂ ਇੰਨੀ ਜਾਣਕਾਰੀ ਦੇ ਰਹੇ ਹੋ ਮੇਰਾ ਸਵਾਲ ਲੋ ਕਿਰਪਾ ਤੁਹਾਡੀ ਜਾਣਕਾਰੀ ਤੋਂ ਸਵਾਲ ਖੜਾ ਹੋ ਗਿਆ ਕਿ ਪਿੰਡਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਾ ਕੇ ਗਲੀ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ। ਜਿਹੜੀ ਹੁਣ ਇਹ ਗੱਲ ਕਰਦੇ ਕਿ ਆਸ਼ਾ ਵਰਕਰਸ ਨੂੰ ਆਂਗਨਵਾੜੀ ਵਰਕਰਾਂ ਨੂੰ ਅਸੀਂ ਕਵਾਂਗੇ ਕਿ ਉੱਥੇ ਮੁਨਾਦੀ ਟਾਈਪ ਸਪੀਕਰ ਲਾ ਕੇ ਮੰਦਿਰ ਗੁਰਦੁਆਰਿਆਂ ਦੇ ਵਿੱਚ ਕੀ ਆਹ ਕੰਮ ਸ਼ੁਰੂ ਹੋਇਆ ਹੁਣ ਤੱਕ ਕਿ ਨਹੀਂ ਹੋਇਆ? ਤੁਸੀਂ ਇੰਨੀ ਜਾਣਕਾਰੀ ਦੇ ਰਹੇ ਹੋ ਫਿਰ ਮਨਜੀਤ ਜੀ ਕੋਲ ਆ ਰਿਹਾ। ਐਕਚੁਅਲੀ ਕੀ ਹੈ ਐਕਚੁਅਲੀ ਕੀ ਹੈ ਕਿ ਜਿਹੜੇ ਆਸ਼ਾ ਵਰਕਰਸ ਹੈ ਉਹ ਪਹਿਲਾਂ ਹੀ ਸਾਡੇ ਪ੍ਰੋਗਰਾਮਾਂ ਦੇ ਨਾਲ ਜੁੜੀਆਂ ਹੋਈਆਂ ਹੈ ਔਰ ਹਰ ਘਰ ਦੇ ਵੀ ਆਪਣੇ ਏਰੀਆ ਦੇ ਵਿੱਚ ਉਹਨਾਂ ਨੇ 1000 ਦੀ ਪਾਪੂਲੇਸ਼ਨ ਨੂੰ ਕਵਰ ਕਰਨਾ ਹੁੰਦਾ ਹੈ ਔਰ ਸਾਰੇ ਹੈਲਥ ਪ੍ਰੋਗਰਾਮਾਂ ਦਾ ਉਹਨਾਂ ਕਮਿਊਨੀਕੇਟ ਕਰਦੀਆਂ ਹੈ। ਠੀਕ ਹੈ। ਔਰ ਜਿਹੜਾ ਗੁਰਦੁਆਰਾ ਮੰਦਿਰਾਂ ਤੋਂ ਬੁਨਿਆਦੀ ਹੈ ਜਾਂ ਸਮਝ ਲਓ ਇੱਕ ਤਰੀਕੇ ਦਾ ਮੈਸੇਜ ਹੈ ਉਹ ਸਵਾਈਨ ਫਲੂ ਦੇ ਟਾਈਮ ਤੇ ਵੀ
ਸਾਰੇ ਗੁਰਦੁਆਰਿਆਂ ਦੇ ਵਿੱਚ ਇੰਸਟਰਕਸ਼ਨ ਸੀਗੀਆਂ ਵੀ ਸਵੇਰੇ ਉੱਠ ਕੇ ਇੱਕ ਵਾਰੀ ਠੀਕ ਹੈ। ਇਹਨਾਂ ਨੂੰ ਸਾਰਿਆਂ ਨੂੰ ਠੀਕ ਹੈ, ਮੇਰੇ ਕੋਲ ਸਮਾਂ ਕੱਟਦਾ ਜਾ ਰਿਹਾ ਡਾਕਟਰ ਸਾਹਿਬ। ਆ ਜਿਹੜੀ ਮੈਂ ਤੁਹਾਨੂੰ ਦਵਾਈਆਂ ਦੇ ਬਾਰੇ ਪੁੱਛਿਆ ਤੇ ਲੋਕਾਂ 'ਚ ਵਹਿਮ ਕਾਫੀ ਖੜੇ ਹੋ ਗਏ ਆ, ਇਸ ਦੇ ਬਾਰੇ ਕਿਰਪਾ ਕਲੀਅਰ ਕਰ ਦਿਓ ਫਿਰ। ਹਾਂ ਉਸੇ ਪੁਆਇੰਟ ਤੇ ਮੈਂ ਆ ਰਿਹਾ। ਹਾਂਜੀ, ਉਸੇ ਪੁਆਇੰਟ ਤੇ ਆ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਦਵਾਈ ਜਿਹੜੀ ਹੈ ਉਹ ਨਹੀਂ ਹੈ ਜਿਹੜੀ ਹੁਣ ਤੱਕ ਵੈਰੀਫਾਈ ਹੋ ਚੁੱਕੀ ਹੋਵੇ ਕਿ ਇਹ ਇਫੈਕਟ ਕਰੇਗੀ। ਠੀਕ ਹੈ, ਇਹਦਾ ਸਿਰਫ ਇਲਾਜ ਜਿਹੜਾ ਪ੍ਰੀਵੈਂਸ਼ਨ ਜਾਂ ਵੈਕਸੀਨ ਆਏਗੀ ਜਾਂ ਐਂਟੀਵਾਇਰਲ ਡਰਗ ਜਿਹੜੀ ਆਏਗੀ। ਠੀਕ ਹੈ, ਜਿਹੜੇ ਮਤਲਬ ਆਪਾਂ ਕਹਿ ਸਕਦੇ ਹਾਂ ਆਮ ਭਾਸ਼ਾ ਦੇ ਵਿੱਚ ਜਿਹੜੇ ਟੋਟਕੇ ਟੋਟਕੇ ਲਾ ਲਓ ਉਹਨਾਂ ਤੁਸੀਂ। ਦੇ ਬਾਰੇ ਕੋਈ ਕਨਫਰਮੇਸ਼ਨ ਨਹੀਂ ਹੈ, ਕੋਈ ਟੈਸਟਡ ਨਹੀਂ ਹੈ ਕਿ ਉਹ ਕੋਈ ਇਫੈਕਟ ਕਰਦੇ ਹੈ। ਰਾਈਟ ਮਨਜੀਤ ਜੀ ਟੋਟਕੇ ਤਾਂ ਡਾਕਟਰ ਸਾਹਿਬ ਕਹਿੰਦੇ ਚੱਲਨੇ ਨਹੀਂ, ਜਾਂ ਆਪਾਂ ਜਿੰਨੇ ਮਰਜ਼ੀ ਲਾ ਲਈਏ। ਦੇਸੀ ਦਵਾਈਆਂ ਹੈ। ਹਾਂ, ਅਸੀਂ ਕਿਸੇ ਨੂੰ ਹਾਂਜੀ ਪਰ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਪਬਲਿਕ ਗੈਦਰਿੰਗਸ ਦੀ ਆਪਾਂ ਗੱਲ ਕੀਤੀ ਹੈ ਕੁਝ ਜਿੱਥੇ ਮਨਜੀਤ ਜੀ ਮੇਰਾ ਕਿਰਪਾ ਸਵਾਲ ਲੈ ਲਓ। ਪਬਲਿਕ ਗੈਦਰਿੰਗਸ ਦੀ ਆਪਾਂ ਗੱਲ ਕਰ ਰਹੇ ਹਾਂ ਜਿੱਥੇ ਮਾਸ ਗੈਦਰਿੰਗਸ ਹੁੰਦੀਆਂ, ਵੱਡੇ ਇਕੱਠ ਪੋਲੀਟੀਕਲ ਪਾਰਟੀਆਂ ਨੇ ਚੰਗੀ ਗੱਲ ਕੀਤੀ, ਚਲੋ ਅੱਜ ਦੇ ਦਿਨਾਂ ਦੇ ਵਿੱਚ ਕਹਿਤਾ ਅਸੀਂ ਆਪਣੇ ਇਕੱਠ ਨਹੀਂ ਕਰਾਂਗੇ, ਚੰਗੀ ਗੱਲ ਹੈ। ਉਸ ਤੋਂ ਇਲਾਵਾ ਅਗਰ ਪੋਲੀਟੀਕਲ ਗੈਦਰਿੰਗਸ ਤੋਂ ਇਲਾਵਾ ਉਹਨਾਂ ਦੀ ਰੈਲੀਆਂ ਤੋਂ ਇਲਾਵਾ ਸਾਡੇ ਮੰਦਰਾਂ 'ਚ, ਗੁਰਦੁਆਰਿਆਂ ਦੇ ਵਿੱਚ, ਸਾਡੇ ਮਾਲਸ ਦੇ ਵਿੱਚ, ਸਾਡੀ ਮਾਰਕੀਟਸ ਦੇ ਵਿੱਚ, ਇਹ ਥਾਵਾਂ ਦੇ ਉੱਪਰ ਸਭ ਤੋਂ ਜ਼ਿਆਦਾ ਗੈਦਰਿੰਗ ਹੁੰਦੀ ਹੈ। ਕੀ ਇਸ ਨੂੰ ਰੋਕਿਆ ਜਾ ਸਕਦਾ ਕੁਝ ਟਾਈਮ ਦੇ ਲਈ, ਜਦ ਤੱਕ ਤੁਸੀਂ ਕਹਿ ਰਹੇ ਹੋ ਜਿਵੇਂ ਕਿ ਜਿਹੜਾ ਟੈਂਪਰੇਚਰ ਹੋਰ ਵਧੇ ਤਾਂ ਉਹ ਆਟੋਮੈਟਿਕਲੀ ਕੰਟਰੋਲ ਹੋ ਜਾਏਗਾ? ਮੈਂ ਤਿੰਨਾਂ ਚਾਰਾਂ ਗੱਲਾਂ ਦੇ ਉੱਤੇ ਗੱਲ ਕਰੂੰਗਾ। ਇੱਕ ਤੇ ਜਿਸ ਤਰ੍ਹਾਂ ਹੁਣ ਬਿਲਕੁਲ ਗੁਰਦੁਆਰਿਆਂ 'ਚ ਜਿਸ ਤਰ੍ਹਾਂ ਕੋਈ ਖਾਸ ਤੀਰਥ ਸਥਾਨ ਹੈਗੇ ਆ, ਹਰਮੰਦਰ ਸਾਹਿਬ ਹੈਗੇ ਆ, ਇਸੇ ਤਰ੍ਹਾਂ ਹੀ ਹੋਰ ਉੱਥੇ ਦੁਰਗਿਆਨਾ ਮੰਦਿਰ ਆ ਜਾਂ ਹੋਰ ਜਿੱਥੇ ਲੋਕ ਬੜੇ ਵੱਡੇ ਪੱਧਰ ਤੇ ਜਾਂਦੇ ਆ, ਹੋਰ ਤੇ ਹੋਰ ਹੁਣ ਹੋਲਾ ਮੱਲਾ ਹੋ ਕੇ ਹਟਿਆ ਆ, ਉੱਥੇ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਸੀਗਾ। ਆਪਣੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਐਤਕੀ ਅਸੀਂ ਉੱਥੇ ਬਹੁਤ ਇਕੱਠ-ਵੱਠ ਨਹੀਂ ਕਰਾਂਗੇ। ਹਾਲਾਂਕਿ ਚਲੋ ਪੰਜਾਬ 'ਚ ਜੇ ਉਹਨੇ ਕੇਸ ਨਹੀਂ, ਉਹਦਾ ਇੰਨਾ ਜ਼ਿਆਦਾ ਤੇ ਨਹੀਂ ਕੋਈ ਰਿਸਕ ਵਾਲੀ ਗੱਲ ਹੈ, ਪਰ ਫਿਰ ਵੀ ਆਪਾਂ ਨੂੰ ਥੋੜਾ ਜਿਹਾ ਜੇ ਇੱਕ ਵਾਰੀ ਸ਼ੁਰੂ ਹੋ ਗਿਆ ਤੇ ਫਿਰ ਉਹਨੂੰ ਕੰਟਰੋਲ ਕਰਨਾ ਮੁਸ਼ਕਲ ਹੋਊਗਾ। ਕੁਝ ਤੇ ਲੋਕਾਂ ਨੂੰ ਖੁਦ ਵੀ ਸੋਚਣਾ ਚਾਹੀਦਾ ਕਿ ਉਹ ਬਹੁਤਾ ਉਹੋ ਜਿਹੀਆਂ ਜਗ੍ਹਾ ਤੇ ਨਾ ਜਾਣ। ਦੂਸਰਾ, ਜਿਹੜੇ ਸਾਡੇ ਪਤਵੰਤੇ ਸੱਜਣੇ ਆ, ਜਿਹੜੇ ਇਹਨਾਂ ਰਿਲੀਜੀਅਸ ਪਲੇਸਿਸ ਦੇ ਲੀਡਰ ਹੈਗੇ ਜਿੱਥੇ ਨੈਚੁਰਲ ਕੋਰਸ ਵਿੱਚ ਲਗਾਤਾਰ ਲੱਖਾਂ ਦੇ ਲੋਕ ਡੇਲੀ ਵਿਜ਼ਿਟ ਕਰਦੇ ਆ, ਉਹਨਾਂ ਨੂੰ ਵੀ ਇਹੋ ਜਿਹਾ ਕੋਈ ਐਜੂਕੇਸ਼ਨ ਜਾ ਕੇ ਪਬਲਿਕ ਇੰਟਰਸਟ ਦੇ ਵਿੱਚ, ਭਾਵੇਂ ਉਹ ਟੀਵੀਆਂ ਤੋਂ, ਭਾਵੇਂ ਰੇਡੀਓ ਤੋਂ, ਭਾਵੇਂ ਅਖਬਾਰਾਂ ਦੇ ਵਿੱਚ ਇਹੋ ਜਿਹਾ ਦੇਣਾ ਚਾਹੀਦਾ। ਐਡਵਰਟਾਈਜ਼ਮੈਂਟ ਵੀ ਦੇਣੀ ਚਾਹੀਦੀ ਕਿਉਂਕਿ ਇਹਨਾਂ ਕੋਲ ਪੈਸੇ ਘੱਟ ਨਹੀਂ ਹੈਗੇ, ਹਰ ਇੱਕ ਤਰੀਕੇ ਨਾਲ ਉਹ ਇਨਫੋਰਮੇਸ਼ਨ। ਜੇ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਇਹੋ ਜਿਹੀ ਕੋਈ ਗੱਲ ਦਾ ਐਲਾਨਨਾਮਾ ਕਰ ਦੇਣ, ਹਰ ਪਿੰਡ 'ਚ ਗੁਰਦੁਆਰਾ ਹੈਗਾ, ਗੁਰਦੁਆਰਿਆਂ ਤੋਂ ਅਨਾਉਂਸਮੈਂਟ ਹੋ ਜੂਗੀ, ਹਰ ਪਿੰਡ 'ਚ ਸਾਡੀ ਪੰਚਾਇਤ ਬੈਠੀ ਹੈ, ਸਾਡਾ ਇਹਨਾਂ ਦਾ ਕਰਤਾ ਕਿ ਆਪਾਂ ਫਤਿਹ ਦੀ ਸਾਂਝ ਕਰੀਏ, ਪਹੁੰਚਾ ਸਕਦਾ। ਫਤਿਹ ਦੀ ਸਾਂਝ ਦਾ ਕਰਤਾ ਮਨਜੀਤ ਜੀ ਉਹਨਾਂ ਨੇ ਇਹ ਜ਼ਰੂਰ ਕਿਹਾ ਸੀ ਮੀਟਿੰਗ ਕਰਕੇ ਕਿ ਸਾਰੇ ਫਤਿਹ ਦੀ ਸਾਂਝ ਬੁਲਾਓ। ਨਹੀਂ ਠੀਕ ਹੈ ਤੁਹਾਡੀ ਗੱਲ, ਬਿਲਕੁਲ ਨਹੀਂ ਬਿਲਕੁਲ ਉਹ ਗੱਲਾਂ ਹੈ। ਇਕੱਠ-ਵੱਠ ਨੂੰ ਵੀ ਥੋੜਾ ਜਿਹਾ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਕਿ ਘਰੋਂ ਹੀ ਬੈਠ ਕੇ ਵਾਹਿਗੁਰੂ ਕਰ ਲਓ ਕੁਝ ਦੇਰ, ਆਪਾਂ ਬਹੁਤਾ ਇੱਧਰ ਉੱਧਰ ਇਕੱਠ ਵਿੱਚ ਨਾ ਜਾਈਏ। ਰਹੀ ਗੱਲ ਮਾਸਕ ਦੀ, ਜਿਹੜਾ ਮਾਸਕ ਦਾ ਬਿਜ਼ਨਸ ਆ, ਇਹ ਗੱਲ ਮੈਂ ਤੁਹਾਨੂੰ ਦੱਸਦਾ। ਹੁਣੇ ਇੱਕ ਡਾਕਟਰ ਕਹਿ ਰਿਹਾ ਸੀ, ਮੈਂ ਕਿਉਂਕਿ ਦੂਜੇ ਚੈਨਲਾਂ ਤੇ ਵੀ ਇਹਨਾਂ ਦੀਆਂ ਗੱਲਾਂ ਡਿਸਕਸ਼ਨ ਹੋ ਰਹੀਆਂ, ਜੇ ਤੁਸੀਂ ਬਿਨਾਂ ਲੋੜ ਤੋਂ 8 ਘੰਟੇ ਲਗਾਤਾਰ ਕੋਈ ਮਾਸਕ ਪਹਿਨ ਕੇ ਰੱਖਦੇ ਆ, ਤੁਸੀਂ ਉਲਟਾ ਬਿਮਾਰ ਹੋ ਜਾਓਗੇ ਕਿਉਂਕਿ ਉਹਦੇ ਅੰਦਰ ਇਹੋ ਜਿਹੇ ਬੈਕਟੀਰੀਆ ਵਾਇਰਸ ਜਿਹੜੇ ਟਰੈਪ ਹੋ ਜਾਂਦੇ ਆ, ਜਿਹੜੇ ਕਿ ਵੈਸੇ ਤੁਹਾਨੂੰ ਨਾਰਮਲੀ ਉਹ ਬਾਡੀ ਕਿਲ ਕਰੀ ਜਾਂਦੀ, ਉਹ ਜਦੋਂ ਜ਼ਿਆਦਾ ਉੱਥੇ ਜਾ ਕੇ ਬਰੀਡ ਹੋ ਜਾਣਗੇ, ਜ਼ਿਆਦਾ ਕਮੂਲੇਟ ਹੋ ਜਾਣਗੇ, ਉਹ ਤੁਹਾਨੂੰ ਬਿਮਾਰ ਕਰ ਦੇਣਗੇ, ਤੁਹਾਨੂੰ ਫਰੈਸ਼ ਏਅਰ ਨਹੀਂ ਫੇਫੜਿਆਂ 'ਚ ਜਾਊਗੀ। ਇਸ ਕਰਕੇ ਮਾਸਕ ਬਿਨਾਂ ਲੋੜ ਤੋਂ ਨਾ ਪਹਿਨੋ, ਇਹਦਾ ਕੋਈ ਮਤਲਬ ਨਹੀਂ ਹੈਗਾ। ਇਹ ਐਵੇਂ ਪੈਨਿਕ ਕ੍ਰੀਏਟ ਕਰਕੇ ਜਿਹੜਾ ਬਿਮਾਰ ਆ, ਜਿਹਨੂੰ ਲੱਗਦਾ ਭਾਵੇਂ ਚਲੋ ਨਾਰਮਲ ਫਲੂ ਵੀ ਹੈ, ਉਹਨੂੰ ਪਹਿਨ ਲਵੇ ਕਿ ਕੋਈ ਛੇਤ ਨਾ ਮਾਰੇ, ਪਤਾ ਨਹੀਂ ਹੈਗਾ ਆਮ ਬੰਦੇ ਨੂੰ। ਹੁਣ ਮੈਂ ਮੇਰੇ ਕੋ ਸਮਾਂ ਖਤਮ ਹੋ ਗਿਆ। ਅੱਛਾ, ਦੂਜੀ ਇੱਕ ਡਾਕਟਰੀ ਵਾਲੀ ਜਿਹੜੀ ਗੱਲ ਆ, ਜਦੋਂ ਡਾਕਟਰ ਯੋਗੀ ਆਦਿੱਤਿਆਨਾਥ ਵਰਗੇ ਜਦੋਂ ਨੁਸਖੇ ਦੱਸਣ ਲੱਗ ਜਾਣਗੇ ਕਿ ਐਡੇ ਵੱਡੀ ਸਟੇਟ ਦੇ ਚੀਫ ਮਿਨਿਸਟਰ ਆ, ਉਹਨਾਂ ਨੇ ਜਾ ਕੇ ਕਿਹਾ ਕਿ ਤੁਸੀਂ ਇੰਜ ਆ ਖਾ ਲਓ, ਕਰ ਲਓ, ਪੀ ਲਓ, ਤੁਹਾਡੀ ਇਮਿਊਨਿਟੀ ਵੱਧ ਜੂਗੀ, ਤੁਹਾਨੂੰ ਕੋਈ ਕਰੋਨਾ ਵਾਇਰਸ ਗੱਲ ਨਹੀਂ ਕਰੂਗੀ। ਇਹੋ ਜਿਹਾ ਜਿਹੜਾ ਪ੍ਰਚਾਰ ਆ ਨਾ ਕੁਐਕਸ ਵਾਲਾ, ਇਹ ਬੰਦ ਕਰਨਾ ਚਾਹੀਦਾ। ਝੋਲਾ ਛਾਪ ਡਾਕਟਰਾਂ ਨੇ ਕੰਮ ਕਰ ਦੇਣਾ ਸਾਰਿਆਂ ਦਾ ਹੀ। ਮੈਂ ਕਿਸ ਤਰੀਕੇ ਨਾਲ ਰੀਟਾ ਜੀ ਲਾਸਟ ਮੇਰੇ ਕੋਲ 20 ਸੈਕਿੰਡ ਹੈਗੀ, ਤੁਹਾਨੂੰ ਲੱਗਦਾ ਕਿ ਇਹ ਸਮਾਂ ਆ ਗਿਆ ਕਿ ਜਦੋਂ ਹੁਣ ਸਾਰਿਆਂ ਨੂੰ ਮਿਲ ਕੇ ਤੇ ਖਾਸ ਤੌਰ ਤੇ ਐਨਜੀਓਜ਼ ਨੂੰ, ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ, ਵਿਦਿਅਕ ਅਦਾਰਿਆਂ ਨੂੰ, ਧਾਰਮਿਕ ਸੰਗਠਨਾਂ ਨੂੰ, ਕਿ ਸਾਰੇ ਰਲ ਮਿਲ ਕੇ ਅੱਗੇ ਆਉਣ ਤੇ ਮਾਸ ਅਪੀਲ ਕਰਨ ਕਿ ਭਾਈ ਹੁਣ ਸਮਝੋ, ਥੋੜੇ ਦਿਨ ਰੁਕ ਜਾਓ, ਆਪਣੇ ਕਦਮ ਰੋਕ ਲਓ। 15 ਸੈਕਿੰਡਸ ਹੈ ਮੇਰੇ ਕੋਲ ਜੀ ਸਿਰਫ। ਬਿਲਕੁਲ ਸਹੀ ਗੱਲ ਹੈ। ਹਰ ਇੱਕ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਆਪਣਾ ਚਾਹੇ ਉਹ ਸਾਡੇ ਡੇਰੇ ਹੈ, ਗੁਰਦੁਆਰੇ ਹੈ, ਮੰਦਿਰ ਹੈ, ਜਿਹੜੇ ਵੀ ਅਦਾਰੇ ਹੈ, ਆਈ ਥਿੰਕ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੀ ਜਿੰਨੀ ਸੰਗਤ ਹੈ ਉਹਨੂੰ ਜ਼ਰੂਰ ਅਵੇਅਰ ਕਰਨ, ਉਹਨਾਂ ਨੂੰ ਐਜੂਕੇਟ ਕਰਨ ਤੇ ਦੇ ਮਸਟ ਮੇਕ ਸ਼ੋਰ ਕਿ ਉਹ ਸਪਰੈਡ ਨਾ ਕਰਨ। ਪਰ ਨਾਲ ਦੇ ਨਾਲ ਗਵਰਨਮੈਂਟ ਦੀ ਹੈਲਥ ਐਡਵਾਈਜ਼ਰੀ ਦੇ ਵਿੱਚ ਇਹ ਸਾਰੇ ਦੁਨੀਆ ਚਾਹ ਰਿਹਾ ਹੈ ਕਿ ਆਪਣੀ ਇਮਿਊਨਿਟੀ ਅਸੀਂ ਜ਼ਰੂਰ ਸਟਰੋਂਗ ਕਰੀਏ। ਗੁੱਡ ਫੂਡ, ਗੁੱਡ ਹੈਲਥ ਇਜ਼
ਦ ਬੇਸਿਕ ਵੇ True. ਆਫ ਜਿਹੜਾ ਫਾਈਟ ਕਰ ਸਕਦੇ ਹਾਂ ਇਹ ਹੋਣਾ ਚਾਹੀਦਾ ਹੈ। ਬਿਲਕੁਲ ਤੁਸੀਂ ਉਹ ਸਹੀ ਬਹੁਤ ਜਾਣਕਾਰੀ ਜ਼ਰੂਰੀ ਹੈ। ਦਿੱਤੀ ਤੇ ਸਰਕਾਰਾਂ ਨੂੰ ਸਮਝਣਾ ਚਾਹੀਦਾ ਤੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਰੋਨਾ ਤੋਂ ਕਿਵੇਂ ਅਸੀਂ ਬਚਣਾ ਹੈ। ਇਹਤਿਆਤ ਹੀ ਸਭ ਤੋਂ ਵੱਡਾ ਆਪਸ਼ਨ ਸਾਡੇ ਕੋਲ ਹੈਗਾ। ਤੁਸੀਂ ਸਾਰੇ ਆਏ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ। ਇਜਾਜ਼ਤ ਦਿਓ, ਧੰਨਵਾਦ।